ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਉਂ ਸੁਨ ਲਹਣੇ ਬੰਦ ਕਰ। ਬਹਰੋ ਬੂਜਨ ਕੀਨਾ। ਨੇਤ ਨੇਤ ਕਰ ਪ੍ਰਾਪਤੀ। ਕਹੋ ਪ੍ਰਭੂ ਪਰਬੀਨਾ। ਇਉਂ ਸੁਨ ਲਹਣੇ ਬੰਦ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਹੋ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਸੋਧਾ ਰਹਿਰਾਸ ਸਾਹਿਬ ਦੇ ਸਰਵਣ ਕੀਤੇ ਹਨ। ਗੁਰੂ ਜੀ ਕੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਲਿਆ ਹੈ। ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਨਿਤਨੇਮ ਨਾਲ ਨਿਯਮ ਅਨੁਸਾਰ ਗੁਰੂ ਘਰ ਦੀ ਪਾਵਨ ਪਵਿੱਤਰ ਮਰਿਆਦਾ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਵਿੱਚ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਵਿੱਚ ਬਿਰਾਜਮਾਨ ਹੋਏ ਹੈ। ਆਪਣੇ ਪਾਸ ਹੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਅਥਵਾ ਭਾਈ ਲਹਿਣਾ ਜੀ ਨੂੰ ਪਾਸ ਬਿਠਾਇਆ ਹੋਇਆ ਹੈ। ਆਤਮ ਕੀ ਹੈ, ਪਰਮਾਤਮਾ ਕੀ ਹੈ, ਸੰਸਾਰ ਕੀ ਹੈ, ਇਸ ਦੇ ਸੰਬੰਧ ਵਿੱਚ ਉਪਦੇਸ਼ਨ ਦੇਣ ਵਾਸਤੇ
ਜਾਂ ਕਿ ਵੀ ਆਤਮਾ ਦੇ ਸਰੂਪ ਦੀ ਲਗਤਾ ਕਰਨ ਵਾਸਤੇ, ਕਰਾਉਣ ਵਾਸਤੇ ਗੁਰੂ ਸਾਹਿਬ ਦੇ ਪਾਸ ਭਾਈ ਲਹਿਣਾ ਜੀ ਬੈਠੇ ਹੋਏ ਹੈ। ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਹੀ ਪੁੱਛਿਆ ਹੈ, ਪੁਰਖਾ ਜੋ ਕੋਈ ਤੱਤ ਗਿਆਨ, ਯਥਾਰਥ ਗਿਆਨ ਬਾਰੇ ਕੁਝ ਪੁੱਛਣਾ ਹੈ, ਪੁੱਛਿਆ ਚਾਹੁੰਦੇ ਤਾਂ ਪੁੱਛ ਲਓ, ਅਸੀਂ ਤੁਹਾਨੂੰ ਦੱਸਾਂਗੇ। ਫਿਰ ਸ਼੍ਰੀ ਪਰਮ ਲਹਿਣਾ ਜੀ ਨੇ ਕਿਹਾ ਹੈ, ਮਹਾਰਾਜ ਜੀ ਜੋ ਮੇਰਾ ਆਪਣਾ ਸਰੂਪ ਹੈ ਉਸ ਬਾਰੇ ਕੁਝ ਜਾਣਿਆ ਨਹੀਂ ਜਾਂਦਾ, ਆਪ ਜੀ ਉਸ ਦੇ ਸੰਬੰਧ ਵਿੱਚ ਦੱਸੋ, ਕਿਉਂਕਿ ਉਸ ਨੂੰ ਜਾਣੇ ਤੋਂ ਬਿਨਾਂ ਹਰਖ ਸੋਗ ਬਹੁਤਾ ਹੋ ਰਿਹਾ ਹੈ। ਰਾਗ ਦਵੈਸ਼ ਦੀ ਬਹੁਲਤਾ ਹੈ, ਜਿਸ ਕਰਕੇ ਦੁੱਖ ਸੁੱਖ ਦੀ ਬੜੀ ਜਿਹੜੀ ਹੈ ਉਹ ਇੱਛਾ ਹੈ। ਦੁੱਖ ਸੁੱਖ ਜ਼ਿਆਦਾ ਹੀ ਆ ਰਿਹਾ ਹੈ, ਦੁੱਖ ਸੁੱਖ ਪ੍ਰਤੀਤ ਹੋ ਰਿਹਾ ਹੈ। ਭਾਵੇਂ ਕਿ ਗੁਰੂ ਸਾਹਿਬ ਜੀ ਤੇ ਪਾਵਨ ਪਵਿੱਤਰ ਉਪਦੇਸ਼ ਨਾਲ, ਇੱਕ ਦੋ ਬਚਨਾਂ ਨਾਲ, ਮੇਰੀ ਦ੍ਰਿਸ਼ਟੀ ਨਾਲ ਗਿਆਨ ਬਖਸ਼ ਦਿੰਦੇ ਹਨ। ਕਵੀ ਸਾਹਿਬ ਜੀ ਨੇ ਆਪਣੀ ਸੋਹਣੀ ਬੁੱਧੀ ਨਾਲ ਜੋ ਗਿਆਨ ਕਾਂਡ ਦੀ ਕਥਾ ਉਹ ਲਿਖੀ ਹੈ। ਗੁਰੂ ਮਹਾਰਾਜ ਜੀ ਨੂੰ ਤਾਂ ਇੰਨਾ ਲੰਬਾ ਉਪਦੇਸ਼ ਦੇਣ ਦੀ ਕੋਈ ਜ਼ਰੂਰਤ ਨਹੀਂ ਸੀ। ਇੱਕ ਜਗਿਆਸਾ ਭਾਵ ਬਣਾ ਕੇ ਕਵੀ ਸਾਹਿਬ ਜੀ ਨੇ ਆਪਣੇ ਵੱਲੋਂ ਲਿਖਿਆ। ਜਿਸ ਤਰ੍ਹਾਂ ਭਾਈ ਲਹਿਣਾ ਜੀ ਦੇ ਮੁਖ ਤੋਂ ਕਹਾ ਕਿ ਸਤਿਗੁਰੂ ਜੀ ਸਾਡੇ ਹਿਰਦੇ ਵਿੱਚ ਬੜਾ ਗਿਆਨ ਦਾ ਹਨੇਰਾ ਹੈ। ਆਪ ਜੀ ਦੇ ਬਚਨ ਸੂਰਜ ਦੇ ਵਾਂਗ ਪ੍ਰਕਾਸ਼ਮਾਨ ਹਨ, ਜੋ ਬੜੇ ਸੁਖਦਾਈ ਹੋਣਗੇ, ਜਿਸ ਗਿਆਨ ਨੂੰ ਪਾ ਕੇ ਅਸੀਂ ਆਨੰਦਿਤ ਰਹਾਂਗੇ। ਗੁਰੂ ਸਾਹਿਬ ਜੀ ਨੇ ਫਿਰ ਕਿਹਾ ਹੈ ਕਿ ਭਾਈ ਲਹਿਣਾ ਪੁਰਖਾ, ਜਿਹੜੇ ਤੇਰਾ ਆਤਮ ਸਰੂਪ ਹੈ ਉਹ ਤਾਂ ਸੁੱਤੇ ਸਿੱਧ ਪ੍ਰਕਾਸ਼ ਹੈ, ਜੋਤੀ ਸਰੂਪ ਹੈ, ਜਿਸ ਨੂੰ ਜਾਣਿਆ, ਜਿਸ ਦੇ ਗਿਆਨ ਹੋਣ 'ਤੇ ਇਹ ਸੰਸਾਰ ਝੂਠੇ ਦਾ ਦੁੱਖ ਮਿਟ ਜਾਂਦਾ ਹੈ। ਉਹ ਤੇਰੇ ਆਪੇ ਵਿੱਚ ਨਾ ਰਾਗ ਹੈ, ਮੋਹ ਹੈ, ਨਾ ਦਵੈਖ ਈਰਖਾ ਹੈ, ਇਹ ਤੋਂ ਬਿਨਾਂ ਤੇ ਵਿਨਾਸ਼ੀ ਹੈ, ਸਦਾ ਹੀ ਨਾਸ ਤੋਂ ਰਹਿਤ ਹੈ। ਫਿਰ ਹਰਖ ਸੋਗ ਉਹਦੇ ਵਿੱਚ ਲੇਸ਼ ਮਾਤਰ ਵੀ ਨਹੀਂ ਹੈ, ਜੰਮਣ ਮਰਨੀ ਹੈ। 5 ਪ੍ਰਕਾਰ ਦੇ ਕਲੇਸ਼, ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ ਦਵੈਸ਼, ਇਹ 5 ਪ੍ਰਕਾਰ ਦੇ ਕਲੇਸ਼ ਵੀ ਨਹੀਂ। ਉਹ ਤੇ ਇੱਕ ਰਸ ਬਹੁਤ ਆਨੰਦ ਸਰੂਪ ਪਰਿਪੂਰਨ ਇੱਕ ਸਾਰ ਹੈ। ਐਸਾ ਆਪਣੇ ਆਤਮ ਨੂੰ ਜਾਣ। ਜਾਗਰਤ ਅਵਸਥਾ, ਸੁਪਨ ਅਵਸਥਾ, ਸੁਖੋਪਦੀ ਅਵਸਥਾ ਦਾ ਉਹ ਤਿੰਨਾਂ ਦਾ ਦ੍ਰਿਸ਼ਟਾ ਹੈ। ਇਹਨਾਂ ਨੂੰ ਦੇਖਣ ਵਾਲਾ ਹੈ, ਇਹਨਾਂ ਨੂੰ ਪ੍ਰਕਾਸ਼ਨ ਵਾਲਾ ਹੈ, ਇਸ ਤੋਂ ਪਰੇ ਹੈ ਤਿੰਨਾਂ ਅਵਸਥਾ ਤੋਂ ਹੀ। ਇਸ ਤਰ੍ਹਾਂ ਤੂੰ ਜਾਣ ਦੇਖ। ਜੇ ਤੁਸੀਂ ਕਹੋ ਕਿ ਮਹਾਰਾਜ ਉਹ ਫਿਰ ਪ੍ਰਤੀਤ ਹੋ ਮੈਨੂੰ ਤਾਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਵੀ ਦੁੱਖ ਸੁੱਖ ਹਰਖ ਸੋਗ ਵਿੱਚ ਪ੍ਰਤੀਤ ਹੋ ਰਿਹਾ, ਅਤੇ ਮਹਾਰਾਜ ਕਹਿੰਦੇ ਉਹ ਕਲਪਤ ਉਪਾਧੀ ਨਾਲ ਹੈ। ਜਿਵੇਂ ਇੱਕ ਸੱਪ ਨੂੰ ਹੀ, ਇੱਕ ਰੱਸੀ ਨੂੰ ਕਿਸੇ ਨੇ ਫੁੱਲਾਂ ਦੀ ਮਾਲਾ ਕਹਿ ਦਿੱਤਾ ਅਗਿਆਨ ਕਰਕੇ ਰਾਤ ਸਮੇਂ, ਕਿਸੇ ਨੇ ਇਹਨੂੰ ਧਰਤੀ ਵਿੱਚ ਤਰੇੜ ਪਈ ਹੋਈ ਕਹਿ ਦਿੱਤਾ, ਕਿਸੇ ਨੇ ਉਹਨੂੰ ਜਿਹੜਾ ਜਿਵੇਂ ਪਾਣੀ ਦੀ ਡੁੱਲਿਆ ਹੋਵੇ ਟੇਢਾ ਮੇਢਾ ਰਾਤ ਦੇ ਸਮੇਂ ਤੋਂ ਵੀ ਸੱਪ ਹੀ ਪ੍ਰਤੀਤ ਹੁੰਦਾ। ਉਹ ਗਿਆਨ ਕਰਕੇ ਸਮਝ ਲਿਆ ਕਲਪਤ ਉਪਾਧੀ ਨਾਲ ਵੀ ਹੈ ਰੱਸੀ ਹੈ, ਕਲਪਤ ਕਰ ਲਿਆ ਵੀ ਇਹ ਸੱਪ ਹੈ, ਜਿਸ ਕਰਕੇ ਉਹ ਫਿਰ ਦੁੱਖ ਰੂਪ ਹੋ ਜਾਂਦਾ, ਭੈ ਵਾਲਾ ਹੋ ਜਾਂਦਾ। ਇਸੇ ਤਰ੍ਹਾਂ ਕਲਪਤ ਉਪਾਧੀ ਨਾਲ ਹੀ ਤੁਸੀਂ ਸਮਝ ਲਓ, ਜਿਵੇਂ ਬਲੌਰ ਦਾ ਕੱਚ ਹੁੰਦਾ ਹੈ ਜਾਂ ਸਫਟਕ ਮਣੀ, ਉਹਦਾ ਸੁਭਾਅ ਵੀ ਉਹਦੇ ਲਾਗੇ ਜੋ ਵੀ ਕੁਝ ਰੱਖਦੇ ਹੋ ਉਹ ਉਸੇ ਦੀ ਉਹਦੀ
ਜਿਹੜੀ ਵਸਤੀ ਰੱਖੋਗੇ ਉਹਦੇ ਵਰਗਾ ਹੀ ਉਹ ਰੰਗ ਫੜ ਲੈਂਦੀ ਹੈ। ਲਾਲ ਫੁੱਲ ਰੱਖ ਦੋ ਅਤੇ ਸਫਟਕ ਮਣੀ ਜਾਂ ਬਲੌਰ ਕੱਚ ਦਾ ਉਹ ਲਾਲ ਰੰਗ ਦਾ ਹੋ ਜਾਂਦਾ। ਕਾਹਦੇ ਕਰਕੇ? ਫੁੱਲ ਦੇ ਲਾਲ ਰੰਗ ਦੀ ਉਪਾਧੀ ਕਰਕੇ ਇਹ ਵੀ ਲਾਲ ਦਿਖਣ ਲੱਗ ਪੈਂਦੀ। ਅਸਲ ਵਿੱਚ ਸਫਟਕ ਮਣੀ ਲਾਲ ਹੁੰਦੀ ਨਹੀਂ, ਫੁੱਲ ਕਰਕੇ ਪ੍ਰਤੀਤ ਹੋ ਰਹੀ। ਇਸੇ ਤਰ੍ਹਾਂ ਤੁਸੀਂ ਆਪਣੇ ਆਤਮ ਸਰੂਪ ਨੂੰ ਜਾਣ ਲਓ ਵੀ ਸਫਟਕ ਮਣੀ ਦੀ ਨਿਆਈ ਹੈ। ਜਿਹੜਾ ਦੁੱਖ ਸੁੱਖ ਮਨ ਦਾ ਧਰਮ ਹੈ, ਭੁੱਖ ਅਤੇ ਪ੍ਰਾਣਾ ਦਾ ਧਰਮ ਹੈ, ਜੰਮਣ ਮਨ ਸਥੂਲ ਸਰੀਰ ਦਾ ਧਰਮ ਹੈ, ਇਹਨਾਂ ਦੇ ਧਰਮ ਉਹਦੇ ਵਿੱਚ ਪ੍ਰਤੀਤ ਹੋ ਰਹੇ ਆ ਉਪਾਧੀ ਕਰਕੇ। ਉਹ ਕਲਪਤ ਉਹ ਸੰਬੰਧਾਂ ਕਰਕੇ ਵੀ ਸੰਬੰਧ ਹੈ। ਆਤਮ ਸਰੂਪ ਵੀ ਵਿੱਚ ਹੀ ਹੈ ਸਰੀਰ ਦੇ, 3 ਸਰੀਰ ਉੱਪਰ ਉਹਨਾਂ ਦੇ ਸਰੀਰਾਂ ਦੇ ਜਿਹੜੇ ਕੋਈ ਧਰਮ ਹੈ ਉਹ ਉਹਦੇ ਵਿੱਚ ਪ੍ਰਤੀਤ ਹੋ ਰਹੇ ਹੈ। ਫਿਰ ਪੰਚੀਕਰਨ ਮਹਾਰਾਜ ਨੇ ਖੋਲ੍ਹ ਕੇ ਦੱਸਿਆ ਵੀ ਜਿਹੜੇ ਕੋਈ ਗਿਆਨੀ ਕਿਵੇਂ ਦਰਸ਼ਨ ਕਰਦੇ, ਉਸ ਆਤਮ ਸਰੂਪ ਦਾ ਗਿਆਨੀ ਕਿਵੇਂ ਕਰਦੇ ਹੈ। ਪੰਚੀਕਰਨ ਹੁੰਦਾ ਹੈ 5 ਤੱਤਾਂ ਦਾ। ਮਹਾਭੂਤ, ਧਰਤੀ, ਆਕਾਸ਼, ਜਲ, ਅਗਨੀ ਅਤੇ ਹਵਾ, ਇਹਨਾਂ ਦਾ ਪੰਚੀਕਰਨ ਤੱਤਾਂ ਦਾ ਹੁੰਦਾ। ਉਹ ਕਿਵੇਂ ਪੰਚੀਕਰਨ ਕੱਲ੍ਹ ਵੀ ਦੱਸਿਆ ਸੀ ਥੋੜ੍ਹਾ ਵਿਸਥਾਰ ਨਾਲ, ਅੱਜ ਫਿਰ ਇੱਕ ਵਾਰ, ਕਿ ਜਿਵੇਂ 5 ਫਲ ਹੋਣ, ਇੱਕ ਕੇਲਾ, ਅਮਰੂਦ, ਤਰਬੂਜ, ਖਰਬੂਜਾ, ਇਸੇ ਤਰ੍ਹਾਂ ਸੇਬ। 5 ਫਲ, ਇਸੇ ਤਰ੍ਹਾਂ 5 ਤੱਤ। 5 ਫਲਾਂ ਦੇ ਅੱਧੇ ਅੱਧੇ ਹਿੱਸੇ ਕਰ ਲੈਣੇ ਆ ਬਰਾਬਰ ਦੇ। ਇੱਕ ਹਿੱਸਾ ਪੂਰਾ ਪਾਸੇ ਕਰ ਲੈਣਾ। ਜਿਹੜਾ ਅੱਧਾ ਹਿੱਸਾ ਉਹ ਫਲ ਦਾ ਕੀਤਾ ਉਹਦੇ 4-4 ਟੋਟੇ ਕਰਕੇ ਅਤੇ ਦੂਜੇ ਇੱਕ ਫਲ ਦੇ ਵਿੱਚ ਮਿਲਾ ਦੇਣੇ ਹੈ। ਸੇਬ ਵੱਖਰਾ ਕਰਕੇ ਸੇਬ ਦੇ 4 ਟੋਟੇ ਇਹ ਮਿਲਾ ਦੇਣੇ ਆ ਦੂਜੇ ਚੀਜ਼ਾਂ 'ਚ, ਕੇਲੇ ਵਿੱਚ, ਅਮਰੂਦ 'ਚ, ਖਰਬੂਜੇ 'ਚ, ਅਤੇ ਉਹਨਾਂ ਵਿੱਚ ਜਦੋਂ ਮਿਲਾ ਦੇਣੇ 4 ਵਿੱਚ, 5 ਦੇ 5 ਹਿੱਸੇ ਦੇ ਮੁੱਖ ਕਰ ਲੈਣੇ ਆ, ਜਿਨ੍ਹਾਂ ਨੂੰ ਛੇੜਾ ਛੇੜੀ ਨਹੀਂ ਕਰਨਾ। 5 ਜਿਹੜੇ ਉਹਨਾਂ ਦੇ 4-4 ਹਿੱਸੇ ਕਰਕੇ ਅਤੇ ਆਪੋ ਵਿੱਚ ਹੀ 4 ਫਲਾਂ ਦੇ ਵਿੱਚ ਹੀ ਮਿਲਾ ਦੇਣੇ। ਇਸ ਤਰ੍ਹਾਂ ਨਾਲ ਉਹ ਫਲ ਵੀ ਪੂਰਾ ਹੋ ਜਾਊਗਾ। ਉਹਦੇ ਜਿਵੇਂ 4 ਟੋਟੇ ਪਹਿਲੇ ਸੀ, 4 ਟੋਟੇ ਵੀ ਪੂਰੇ ਹੋ ਜਾਣਗੇ ਅਤੇ ਰਲ ਮਿਲ ਵੀ ਜਾਊ, ਘੁਲ ਮਿਲ ਵੀ ਜਾਊਗਾ। ਭਾਵ ਇੱਕ ਸੰਬੰਧ ਜੋ ਜਿਹੜੇ ਫਲ ਨੂੰ ਕੱਟਿਆ, ਜੇ ਅਮਰੂਦ ਨੂੰ ਕੱਟਿਆ ਉਹ ਤਾਂ ਅੱਧਾ ਹਿੱਸਾ ਰਹਿਣਾ, ਦੂਸਰੇ 4 ਫਲ ਵੀ ਉਹਦੇ ਨਾਲ ਮਿਲ ਜਾਣਗੇ। ਇਸੇ ਤਰ੍ਹਾਂ ਹੀ 5 ਤੱਤ ਹਨ, ਉਹਨਾਂ ਦਾ ਪੰਚੀਕਰਨ ਹੋਇਆ ਜਦੋਂ ਇੱਕ ਫਲ ਦੇ 4-4 ਹਿੱਸੇ ਕਰਕੇ 4 ਤੱਤਾਂ 'ਚ ਮਿਲਾ ਦਿੱਤੇ ਇੱਕ ਤੱਤ ਦੇ, ਉਹ ਫਿਰ 25 ਤੱਤ ਹੋ ਗਏ। ਇਹ 5 ਤੱਤਾਂ ਦਾ ਪੰਚੀਕਰਨ ਹੋ ਗਿਆ, ਰਲਾ ਮਿਲਾ ਦਿੱਤਾ। ਅਤੇ ਫਿਰ ਇੱਕ ਤੱਤ ਵਿੱਚ 5 ਦੇ ਹੀ ਗੁਣ ਹਨ। ਜਿਵੇਂ ਵੱਖੋ ਵੱਖਰੇ ਤੱਤਾਂ ਦਾ ਵੱਖੋ ਵੱਖਰਾ ਮੁੱਖ ਭਾਗ ਹੈ। ਉਹ ਇਵੇਂ ਕਿ ਜਿਵੇਂ ਧਰਤੀ ਹੈ ਤੱਤ, ਉਹਦਾ ਮੁੱਖ ਭਾਗ ਕੀ ਹੈ? ਹੱਡ। ਧਰਤੀ ਵੀ ਸਖਤ, ਹੱਡ ਵੀ ਸਖਤ। ਜਿਹੜਾ ਮਾਸ ਹੈ ਇਹ ਧਰਤੀ ਵਿੱਚ ਹੀ ਮਿਲਿਆ ਹੋਇਆ ਤੱਤ ਗੁਣ ਇਹਦਾ। ਇਹ ਜਲ ਮਿਲਿਆ ਹੋਇਆ, ਇਹ ਜਲ ਤੋਂ ਬਣਦਾ ਹੈ ਮਾਸ। ਨਾੜੀਆਂ ਅਗਨੀ ਤੋਂ ਬਣਦੀਆਂ, ਚਮੜੀ ਪੌਣ ਤੋਂ, ਅਤੇ ਰੋਮ ਆਕਾਸ਼ ਤੋਂ। ਇਵੇਂ ਉਹ ਪੰਚੀਕਰਨ ਗ੍ਰੰਥਾਂ ਵਿੱਚ ਕੀਤਾ ਹੋਇਆ। ਉਹ ਪੰਚੀਕਰਨ ਦੇ ਜਿਹੜੇ 5 ਤੱਤਾਂ ਦੇ ਮੁੱਖ ਹਿੱਸੇ ਹੈ, ਜਿਨ੍ਹਾਂ ਨੂੰ ਅੱਧਿਆਂ ਅੱਧਿਆਂ ਰੱਖਿਆ ਸੀ, ਉਹ ਸ਼ੁੱਧ 5 ਤੱਤਾਂ ਦੇ ਹਿੱਸੇ ਹੈ, ਸ਼ੁੱਧ ਅੰਸ਼ਾਂ ਹੈ। 5 ਤੱਤਾਂ ਦੀ ਸ਼ੁੱਧ ਜਿਹੜੀ ਸਤੋਗੁਣੀ ਅੰਸ਼ ਹੈ, ਉਸ ਸਤੋਗੁਣੀ ਅੰਸ਼ ਤੋਂ ਉਹ ਅੱਧੇ ਭਾਗ ਤੋਂ ਅੰਤःਕਰਨ ਪੈਦਾ ਹੁੰਦਾ ਹੈ। ਚੰਤੁਸ਼ਟੈ ਅੰਤःਕਰਨ ਜਿਹਨੂੰ ਕਿਹਾ ਜਾਂਦਾ। ਅਗਲੇ ਪਾਸੇ ਅੰਤःਕਰਨ ਦੀਆਂ 4 ਬਿਰਤੀਆਂ ਹੋ ਜਾਂਦੀਆਂ। ਭਾਵ ਅੰਤःਕਰਨ ਇੱਕੋ ਹੀ ਆ, ਉਹ ਕੰਮਾਂ ਕਰਕੇ 4 ਬਿਰਤੀਆਂ ਕਰਕੇ 4 ਨਾਮ।
ਜਿਹੜੇ ਸੰਕਲਪ ਵਿਕਲਪ ਜਿਹੜੇ ਸਾਡੇ ਅੰਦਰ ਚੱਲੀ ਜਾਂਦੇ ਖਿਆਲ ਫੁਰਨੇ, ਇਹਨੂੰ ਕਹੀਦਾ ਮਨ। ਸੰਕਲਪ ਵਿਕਲਪ ਬਿਰਤੀ ਕੋ ਕਹੀਏ ਹੈ ਮਨ। ਜੋ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਦੀ ਹੈ ਉਹਨੂੰ ਕਹੀਦਾ ਹੈ ਬੁੱਧੀ। ਉਹ ਭਾਵੇਂ ਚੰਗਾ ਕਰੇ ਭਾਵੇਂ ਮਾੜਾ ਕਰੇ। ਜਿਹੜੀਆਂ ਤਰ੍ਹਾਂ ਤਰ੍ਹਾਂ ਦੀ ਚਿਤਵਨੀਆਂ ਸੋਚਾਂ ਸੋਚਣੀਆਂ ਉਹਨੂੰ ਕਿਹਾ ਗਿਆ ਹੈ ਚਿੱਤ। ਜੋ ਅਹੰ ਬਿਰਤੀ ਹੈ, ਮੈਂ ਆਹ ਕੰਮ ਕਰ ਦਿੱਤਾ, ਆਹ ਕਰਾਂਗਾ ਹੀ ਕਰਾਂਗਾ, ਜਿਹਦੇ ਵਿੱਚ ਹੰਗਤਾ ਹੈ, ਉਹ ਅਹੰ ਬਿਰਤੀ ਹੈ। ਚਾਰ ਬਿਰਤੀਆਂ ਕਰਕੇ ਅੰਤःਕਰਨ ਚਾਰ ਹਿੱਸਿਆਂ 'ਚ ਹੋ ਗਿਆ। ਇਸੇ ਤਰ੍ਹਾਂ ਜਿਹੜਾ ਹੁਣ ਅੰਤःਕਰਨ ਵਿੱਚ ਹੀ ਜਿਹੜਾ ਪਰਮੇਸ਼ਰ ਦਾ ਚੇਤਨ ਦਾ ਪ੍ਰਤੀਬਿੰਬ ਅਕਸ ਹੈ ਉਹ ਪੈਂਦਾ ਹੈ। ਉਸ ਅਕਸ ਨੂੰ ਜਿਹੜਾ ਚੇਤਨ ਦਾ ਪ੍ਰਤੀਬਿੰਬ ਪੈਂਦਾ ਹੈ, ਤਾਂ ਹੀ ਕਿਹਾ ਨਾ ਮਹਾਰਾਜ ਨੇ ਸਭ ਕੇ ਮੱਧ ਅਲਿਪਤੋ ਰਹਿ। ਵੀ ਹੁਣ ਪਰਛਾਵਾਂ ਜਿਹੜਾ ਹੈ ਸੱਚ ਵੀ ਨਹੀਂ ਹੈ ਅਤੇ ਝੂਠ ਵੀ ਨਹੀਂ ਹੈ। ਅੰਦਰ ਪਰਛਾਵਾਂ ਪੈ ਰਿਹਾ ਹੈ, ਅਸੀਂ ਕੋਈ ਵੀ ਕੰਮ ਕਰਾਂਗੇ ਉਹ ਪਰਛਾਵਾਂ ਵੀ ਉਸੇ ਤਰ੍ਹਾਂ ਕਰੂਗਾ, ਪਰ ਉਹ ਅਸਲ ਵਿੱਚ ਕੁਝ ਵੀ ਨਹੀਂ ਕਰ ਰਿਹਾ ਹੁੰਦਾ। ਅੰਤःਕਰਨ ਵਿੱਚ ਚੇਤਨ ਦਾ ਜਾਂ ਆਤਮ ਦਾ ਜਾਂ ਬ੍ਰਹਮ ਦਾ ਕਹੀਏ ਪ੍ਰਤੀਬਿੰਬ ਕਹੀਦਾ, ਪਰਛਾਵੇਂ ਨੂੰ ਅਕਸ ਪੈਂਦਾ ਹੈ। ਜਿਹੜੇ ਬ੍ਰਹਮ ਗਿਆਨੀ ਹੈ, ਸੰਤ ਮਹਾਤਮਾ ਹੈ, ਉਹ ਉਸ ਚੇਤਨ ਬ੍ਰਹਮ ਨੂੰ ਦੇਖਦੇ ਹੈ। ਗੁਰੂ ਸਾਹਿਬ ਜੀ ਨੇ ਕਿਹਾ ਹੈ ਰਮਤ ਰਾਮ ਸਭ ਰਹਿਓ ਸਮਾਏ। ਜਾਣਿਆ ਹੈ ਤਾਂ ਕਿਹਾ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਵੀ ਘਟ ਘਟ ਵਿੱਚ ਸਰੀਰ ਅਤੇ ਹਿਰਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਵੱਸੀ ਰੱਬ ਹਿਆਲੀ ਹੈ, ਵੀ ਹਿਰਦੇ ਵਿੱਚ ਹੀ ਵਸਦਾ ਹੈ। ਉਹ ਸਾਰ ਹੁਣ ਜਿਹੜੇ ਭਾਵੇਂ ਕੋਈ ਅਗਿਆਨੀ ਜੀਵ ਹੈ ਭਾਵੇਂ ਕੋਈ ਗਿਆਨੀ ਜੀਵ ਹੈ, ਸਾਰਿਆਂ ਦੇ ਅੰਦਰ ਤੇ ਉਹ ਵਸ ਹੀ ਰਿਹਾ ਉਂਝ, ਪਰ ਬ੍ਰਹਮ ਗਿਆਨੀ ਉਹਨੂੰ ਵੇਖਦੇ। ਜਿਵੇਂ ਹੁਣ ਛੱਪੜ ਸਰੋਵਰ ਹੈ, ਉਹਦਾ ਪਾਣੀ ਸਾਫ ਹੈ। ਜਿੱਥੇ ਸਾਫ ਪਾਣੀ ਹੈ ਉੱਥੇ ਵੀ ਸੂਰਜ ਪੈ ਰਿਹਾ, ਜਿੱਥੇ ਮੈਲਾ ਪਾਣੀ ਹੈ ਸੂਰਜ ਦਾ ਪ੍ਰਕਾਸ਼ ਉੱਥੇ ਵੀ ਪੈ ਰਿਹਾ। ਸੂਰਜ ਉੱਥੇ ਵੀ ਵਿੱਚ ਪਰਛਾਵਾਂ ਦਾ ਹੈਗਾ। ਸੂਰਜ ਵੇਖੋ ਬਾਹਰ ਵੀ ਹੈ ਅਤੇ ਪਰਛਾਵੇਂ ਕਰਕੇ ਪਾਣੀ ਦੇ ਵਿੱਚ ਵੀ ਹੈ। ਇਸੇ ਤਰ੍ਹਾਂ ਪਰਮਾਤਮਾ ਹੈ, ਉਹ ਬਾਹਰ ਵੀ ਹੈ ਅਤੇ ਹਿਰਦੇ ਦੇ ਅੰਦਰ ਵੀ ਪਰਛਾਵੇਂ ਦੀ ਨਿਆਈ। ਹੁਣ ਉਹ ਜਿਹੜਾ ਪਾਣੀ ਸਰੋਵਰ ਦਾ ਸਾਫ ਹੈ, ਫਿਰ ਖਲੋਤਾ ਹੋਇਆ ਹੈ, ਉਹਦੇ ਵਿੱਚ ਦਿਖੂਗਾ ਸੂਰਜ। ਜਿਹੜਾ ਪਾਣੀ ਮੈਲਾ ਹੈ, ਹਿੱਲੀ ਜਾਂਦਾ ਹੈ, ਰੋੜਾ ਮਾਰ ਦਿਓ ਪਾਣੀ 'ਚ, ਉੱਥੇ ਸੂਰਜ ਨਹੀਂ ਦਿਖੂਗਾ, ਉਹਦਾ ਪ੍ਰਤੀਬਿੰਬ ਸਾਫ ਨਹੀਂ ਦਿਖੂਗਾ, ਐਵੇਂ ਪਾਣੀ ਹਿੱਲੀ ਜਾਊਗਾ। ਮਹਾਤਮਾ ਜਨਾਂ ਦੇ ਅੰਤःਕਰਨ ਕੀ ਹੈ, ਸੰਤਾਂ ਬ੍ਰਹਮ ਗਿਆਨੀਆਂ ਦੇ ਹਿਰਦੇ ਹੈ ਸਾਧ ਸੰਗਤ ਜੀ ਪਵਿੱਤਰ ਸਰੋਵਰ ਦੀ ਨਿਆਈ, ਉਹ ਪਵਿੱਤਰ ਜਲ ਦੀ ਨਿਆਈ ਹੈ। ਖੜੋਤੇ ਇਕਾਗਰ ਹਨ, ਟਿਕੇ ਹੋਏ ਹੈ ਅਤੇ ਸਾਫ ਹਨ, ਪਾਪਾਂ ਦੀ ਮੈਲ ਨਹੀਂ ਹੈ, ਮਨ 'ਚ ਚੰਚਲਤਾ ਹੀ ਨਹੀਂ ਹੈ, ਚਿੱਤ 'ਚ ਚਿਤਵਨੀਆਂ ਨਹੀਂ ਹੈ, ਅਹੰ ਬੁੱਧੀ ਨਹੀਂ ਹੈ। ਜਿਸ ਕਰਕੇ ਉਹ ਬ੍ਰਹਮ ਗਿਆਨੀ ਉਹ ਚੇਤਨ ਦੇ ਪ੍ਰਤੀਬਿੰਬ ਨੂੰ ਦੇਖਦੇ ਹੈ। ਬ੍ਰਹਮ ਗਿਆਨੀ ਦਾ ਹਿਰਦਾ ਅੰਤःਕਰਨ ਆਰਸੀ ਸ਼ੀਸ਼ੇ ਦੀ ਨਿਆਈ। ਜਿਵੇਂ ਆਰਸੀ ਸ਼ੀਸ਼ਾ ਹੁੰਦਾ, ਉਹਦੇ 'ਚ ਸੂਰਜ ਦਾ ਪ੍ਰਕਾਸ਼ ਪੈਂਦਾ ਅਤੇ ਉਹ ਤੋਂ ਪਾਰਲੇ ਪਾਸੇ ਵੀ ਪੂਰੇ ਦਾ ਪੂਰਾ ਹੀ ਪੈਂਦਾ। ਤੋ ਕਈਆਂ ਨੇ ਵੇਖਿਆ, ਛੋਟੇ ਹੁੰਦਿਆਂ ਦੇਖਿਆ ਸੀ, ਉਹਦੇ ਜਦੋਂ ਉਹਦੇ ਵਿੱਚ ਸੂਰਜ ਦੀ ਕਿਰਨ ਪੈਂਦੀ ਹੈ, ਜਿੱਥੇ ਉਹਨੂੰ ਟਿਕਾ ਦੋਗੇ ਸ਼ੀਸ਼ੇ ਨੂੰ ਅਤੇ ਉਹ ਸ਼ੀਸ਼ਾ ਆਰਸੀ ਅਗਲੇ ਪਾਸੇ ਵੀ ਸਾੜ ਦਿੰਦਾ ਕਾਗਜ਼ ਨੂੰ। ਇਸੇ ਤਰ੍ਹਾਂ ਸੂਰਜ ਦੀ ਨਿਆਈ ਹੈ ਬ੍ਰਹਮ, ਉਹਦਾ ਚੇਤਨ ਪੈਂਦਾ ਬ੍ਰਹਮ ਗਿਆਨੀ ਜੋ ਸੰਤ ਹੈ ਉਹਨਾਂ ਦੇ ਹਿਰਦੇ ਰੂਪੀ ਆਰਸੀ ਸ਼ੀਸ਼ੇ ਦੇ ਵਿੱਚ। ਜਦੋਂ ਉੱਥੇ ਪੈਂਦਾ ਹੈ ਪ੍ਰਕਾਸ਼ ਬ੍ਰਹਮ ਰੂਪੀ ਸੂਰਜ ਦਾ, ਜਿਹੜੇ ਪਾਪ ਹਨ ਕਾਗਜ਼ ਦੀ ਨਿਆਈ ਜਾਂ ਲੱਕੜਾਂ ਦੀ ਨਿਆਈ,
ਉਹ ਦਗਦ ਹੋ ਜਾਂਦੇ, ਸੜ ਜਾਂਦੇ ਹੈ ਬ੍ਰਹਮ ਗਿਆਨੀਆਂ ਦੇ। ਜੋ ਜਨਮਾਂ ਜਨਮਾਂ ਦੇ ਮਹਾਰਾਜ ਕਹਿੰਦੇ ਨੇ ਜਨਮ ਜਨਮ ਕੇ ਕਿਲ ਬਿਖ ਉਤਰੇ, ਵੀ ਜਨਮਾਂ ਜਨਮਾਂ ਦੇ ਕਿਲ ਬਿਖ ਬੱਜਰ ਪਾਪ ਉਹ ਲੈ ਜਾਂਦੇ ਹੈ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਵੀ ਸਾਡੇ ਹਿਰਦੇ ਦੇ ਵਿੱਚ ਨਾਮ ਵਸਿਆ ਹੈ। ਸੰਤ ਕਹਿੰਦੇ ਵੀ ਸਾਡੇ ਹਿਰਦੇ ਵਿੱਚ ਨਾਮ ਵਸਿਆ ਹੈ, ਗੁਰੂ ਨੇ ਹੱਥ ਰੱਖਿਆ ਹੈ। ਅਤੇ ਹਿਰਦਾ ਪਹਿਲਾਂ ਹੁਣ ਜਦੋਂ ਆਰਸੀ ਸ਼ੀਸ਼ੇ ਦੀ ਨਿਆਈ ਬਿਲਕੁਲ ਸਾਫ਼ ਹੋਊਗਾ, ਫੇਰ ਹੀ ਦੇ ਅਗਲੇ ਪਾਸੇ ਪ੍ਰਕਾਸ਼ ਪਊਗਾ। ਹਿਰਦੇ ਰੂਪੀ ਸ਼ੀਸ਼ੇ ਵਿੱਚ ਪਾਪਾਂ ਰੂਪੀ ਜਿਹੜੇ ਬੱਜਰ ਪਾਪ ਹੈ ਉਹ ਦਗਦ ਹੋ ਜਾਣਗੇ, ਅਤੇ ਆਪੇ ਜਦੋਂ ਪਾਪ ਦਗਦ ਹੋ ਗਏ ਜਨਮ ਨਿਵਰਤ, ਦੁੱਖ ਸਾਰੇ ਨਿਵਰਤ। ਅਤੇ ਇਸ ਤਰ੍ਹਾਂ ਬ੍ਰਹਮ ਗਿਆਨੀਆਂ ਦੇ ਪਾਪ ਜਿਹੜੇ ਆ ਨਿਵਰਤ ਹੋ ਜਾਂਦੇ ਆ। ਬ੍ਰਹਮ ਪਰਮੇਸ਼ਰ ਜੋ ਸੂਰਜ ਦੀ ਨਿਆਈ ਹੈ ਉਹਦਾ ਪ੍ਰਕਾਸ਼ ਹਿਰਦੇ ਰੂਪੀ ਆਰਸੀ ਸ਼ੀਸ਼ੇ ਦੇ ਵਿੱਚ ਪੈਣ ਕਰਕੇ ਲੱਕੜਾਂ ਰੂਪੀ ਕਾਗਜ਼ ਦੀ ਨਿਆਈ ਪਾਪ ਸਾਰੇ ਸੜ ਜਾਂਦੇ। ਹੁਣ ਅਗਿਆਨੀ ਦੇ ਹਿਰਦੇ ਵਿੱਚ ਵੀ ਪਰਮੇਸ਼ਰ ਹੈ ਸਾਡੇ ਵਰਗਿਆਂ ਦੇ। ਅਸਲ ਵਿੱਚ ਜਿਵੇਂ ਸਰੋਵਰ ਦਾ ਪਾਣੀ ਬੜਾ ਮੈਲਾ ਹੋਵੇ, ਹਿੱਲੀ ਜਾਏ, ਅਤੇ ਉੱਥੇ ਸੂਰਜ ਦਾ ਪ੍ਰਤੀਬਿੰਬ ਸਪਸ਼ਟ ਨਹੀਂ ਦਿਖਦਾ, ਦਿਖਦਾ ਹੈ ਮਾੜਾ ਮਾੜਾ, ਸਪਸ਼ਟ ਨਹੀਂ ਟਿਕਿਆ ਹੋਇਆ ਨਹੀਂ ਦਿਖਦਾ। ਇਸੇ ਤਰ੍ਹਾਂ ਸਾਡੇ ਅਗਿਆਨੀਆਂ ਦੇ ਹਿਰਦੇ ਕੀ ਹੈ? ਚੰਚਲ, ਮਨ ਦੀ ਬਿਰਤੀ ਚੰਚਲ ਹੈ, ਬੁੱਧੀ ਪਾਪਾਂ ਕਰਕੇ ਮੈਲੀ ਹੈ, ਸਹੀ ਨਿਰਣਾ ਨਹੀਂ ਕਰਦੀ। ਚਿੱਤ ਵਿੱਚ ਚਿਤਵਨੀਆਂ ਹੈ, ਤਰ੍ਹਾਂ ਤਰ੍ਹਾਂ ਦੀਆਂ ਦੁਨਿਆਵੀ, ਅਹੰਗ ਬਿਰਤੀ ਜ਼ਿਆਦਾ ਹੈ। ਜਦੋਂ ਹਿਰਦਾ ਰੂਪੀ ਇਹ ਜੋ ਪਾਣੀ ਦੀ ਨਿਆਈ, ਜਲ ਦੀ ਨਿਆਈ ਟਿਕਣ ਨਹੀਂ ਡਿਆ, ਹੁਣ ਪਰਮੇਸ਼ਰ ਦਾ ਅਕਸ ਤੇ ਪੈ ਰਿਹਾ ਪ੍ਰਤੀਬਿੰਬ, ਉਹ ਪ੍ਰਤੀਤ ਕਿੱਥੋਂ ਹੋਵੇ? ਗਿਆਨੀ ਤਾਂ ਹੀ ਨਹੀਂ ਅਸੀਂ ਦੇਖਦੇ ਹਾਂ। ਅਸੀਂ ਕਹਿੰਦੇ ਰੱਬ ਕਿੱਥੇ ਹੈਗਾ? ਰੱਬ ਤਾਂ ਹੈ ਕੋਈ ਨਹੀਂ, ਐਵੇਂ ਵਾਧੂ ਦੀਆਂ ਗੱਲਾਂ ਬਣਾਈਆਂ ਹੋਈਆਂ। ਅਤੇ ਹੁਣ ਜਿਵੇਂ ਸੀਸਾ ਤੁਸੀਂ ਉਹਦੇ ਵਿੱਚ ਮੂੰਹ ਤਾਂ ਦੇਖੋਗੇ ਜੇ ਸੀਸਾ ਇੱਕ ਥਾਂ ਟਿਕਿਆ ਹੋਇਆ। ਆਪਣੇ ਤੁਸੀਂ ਪੱਗ ਬੰਨ੍ਹਣੀ ਅਤੇ ਬੰਨ੍ਹ ਸਕਦੇ ਜੇ ਸੀਸਾ ਟਿਕਿਆ ਹੋਇਆ। ਜੇ ਸੀਸਾ ਟਿਕਿਆ ਨਹੀਂ, ਹਿੱਲੀ ਜਾਂਦਾ, ਘੁੰਮੀ ਜਾਂਦਾ, ਉਹ ਕਿਸੇ ਟਾਣੇ 'ਤੇ ਬੰਨਿਆ ਸੀਸਾ ਠਾਂ ਨੂੰ ਲਮਕਾ ਕੇ, ਤਾਂ ਉਹ ਫਿਰ ਪੱਗ ਨਹੀਂ ਬੱਜੂਗੀ, ਸੀਸਾ ਤਾਂ ਘੁੰਮੀ ਜਾਣਾ, ਸੀਸਾ ਤਾਂ ਹਿੱਲੀ ਜਾਣਾ, ਅਤੇ ਉਹਦੇ ਵਿੱਚ ਤੁਹਾਡਾ ਮੂੰਹ ਦਿਖਣਾ ਕੋਈ ਨਹੀਂ। ਮਨ ਵੀ ਸ਼ੀਸ਼ੇ ਦੀ ਨਿਆਈ ਹੈ, ਚੰਚਲ ਹੈ, ਹਿੱਲੀ ਜਾਂਦਾ ਹੈ, ਜਿਸ ਕਰਕੇ ਪਰਮਾਤਮਾ ਦਾ ਅਕਸ ਪ੍ਰਤੀਬਿੰਬ ਦਿਸਦਾ ਨਹੀਂ ਹੈ, ਆਪਣਾ ਸਵੈ ਸਰੂਪ ਦਿਖਦਾ ਨਹੀਂ ਹੈ। ਇਸੇ ਤਰ੍ਹਾਂ ਹੀ ਜੇ ਸ਼ੀਸ਼ੇ ਨੂੰ ਬਹੁਤ ਜ਼ਿਆਦਾ ਧੁੰਦ ਪੈ ਗਈ ਉੱਪਰ, ਤੁਸੀਂ ਆਪਣਾ ਵਿੱਚ ਮੂੰਹ ਦੇਖੋਗੇ, ਦਿਖੂਗਾ ਬਹੁਤ ਥੋੜ੍ਹਾ ਥੋੜ੍ਹਾ। ਜੇ ਜ਼ਿਆਦਾ ਧੁੰਦ ਪਈ ਤਾਂ ਫਿਰ ਉੱਕਾ ਹੀ ਨਹੀਂ ਦਿਖਣਾ। ਜਦੋਂ ਉਹਦੀ ਧੁੰਦ ਸਾਫ਼ ਕੀਤੀ ਜਾਊਗੀ, ਉਹਦਾ ਮੈਲਾਪਣ ਸਾਫ਼ ਕੀਤਾ ਜਾਊਗਾ ਸ਼ੀਸ਼ੇ ਦਾ, ਅਤੇ ਫਿਰ ਉਸੇ ਵੇਲੇ ਮੁੱਖ ਦਿਖ ਜੂਗਾ। ਮਾਇਆ ਰੂਪੀ ਸ਼ੀਸ਼ਾ ਹੈ, ਪਾਪਾਂ ਦੀ ਇੱਥੇ ਮੈਲ ਧੁੰਦ ਪਈ ਹੋਈ ਹੈ। ਜਦੋਂ ਉਹ ਸਾਫ਼ ਹੋਊਗੀ ਫਿਰ ਪਰਮੇਸ਼ਰ ਦਾ ਅਕਸ ਦਿਖੂਗਾ, ਪ੍ਰਤੀਬਿੰਬ ਦਿਖੂਗਾ। ਜਾਂ ਸ਼ੀਸ਼ਾ ਤਾਂ ਹੈ, ਉਹ ਹਨੇਰੇ ਬੜੇ ਘੁੱਪ 'ਚ ਰੱਖਿਆ ਹੋਇਆ, ਜਿੱਥੇ ਪ੍ਰਕਾਸ਼ ਨਹੀਂ ਹੈਗਾ, ਚਾਨਣ ਨਹੀਂ ਹੈਗਾ, ਉੱਥੇ ਵੀ ਤੁਸੀਂ ਆਪਣਾ ਮੁੱਖ ਨਹੀਂ ਦੇਖ ਸਕਦੇ, ਉੱਥੇ ਵੀ ਮੂੰਹ ਨਹੀਂ ਦਿਖੂਗਾ। ਇਸੇ ਤਰ੍ਹਾਂ ਸਾਰੇ ਜੀਵਾਂ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਹੁਣ ਅੰਤਹਿਕਰਨ ਤਾਂ ਹੈਗਾ ਹੀ ਹੈ ਸ਼ੀਸ਼ੇ ਦੀ ਨਿਆਈ, ਪਰ ਅਗਿਆਨ ਦੇ ਹਨੇਰੇ 'ਚ ਪਿਆ ਹੋਇਆ ਹੈ, ਜਿਸ ਕਰਕੇ ਆਪਣਾ ਸਵੈ ਸਰੂਪ ਕਿੱਦਾਂ ਦੇਖ ਸਕਦੇ ਹਾਂ? ਸਵੈ ਸਰੂਪ ਕਹੀਦਾ ਬ੍ਰਹਮ ਸਰੂਪ ਨੂੰ, ਉਹ ਕਿਵੇਂ ਦਿਖ ਸਕਦਾ? ਨਹੀਂ ਦਿਖ ਸਕਦਾ। ਇਹ ਗੁਰੂ ਸਾਹਿਬ ਜੀ ਨੇ ਵਿਸਥਾਰ ਨਾਲ ਸਮਝਾਇਆ ਹੈ ਵੀ ਬ੍ਰਹਮ ਗਿਆਨੀ ਤਾਂ ਦੇਖ ਲੈਂਦੇ ਹੈ, ਕਿਉਂਕਿ ਉਹਨਾਂ ਦਾ ਮਨ ਰੂਪੀ ਸ਼ੀਸ਼ਾ ਵੀ ਸਾਫ਼ ਹੈ, ਅੰਤਹਿਕਰਨ ਰੂਪੀ ਸ਼ੀਸ਼ਾ ਸਾਫ਼ ਹੈ, ਜਲ ਦੀ ਨਿਆਈ ਅੰਤਹਿਕਰਨ ਟਿਕਿਆ ਹੋਇਆ ਹੈ, ਉਹਦੇ ਵਿੱਚ ਪਰਮਾਤਮਾ ਦਾ ਅਕਸ ਦਿਖ ਰਿਹਾ, ਉਹ ਦੇਖ ਰਹੇ ਹੈ। ਪਾਪਾਂ ਦੇ ਜਿਹੜੇ ਪਾਪ ਹੈ, ਪਾਪ ਉਹਨਾਂ ਦੇ ਨਿਵਰਤ ਹੋਏ ਹੈ, ਬ੍ਰਹਮ ਦੇ ਅਕਸ ਦੇ ਰਾਹੀਂ ਅੰਤਹਿਕਰਨ ਵਿੱਚ ਪਾਪ ਉਹਨਾਂ ਦੇ ਸੜ ਗਏ ਉਸ ਅਗਨੀ ਨਾਲ, ਜਿਸ ਕਰਕੇ ਉਹ ਬ੍ਰਹਮ ਪਰਮੇਸ਼ਰ ਨੂੰ ਦੇਖਦੇ। ਉਹ ਫਿਰ ਕਹਿੰਦੇ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਉਹ ਇਹ ਕਹਿੰਦੇ ਹੈ ਆਤਮ ਸਾਰਾ ਕਰਨ ਹਾਰਾ ਏਕ ਬਿਨਾ ਨਹੀਂ ਜਾਣੀਐ। ਉਹ ਇਹ ਗੱਲ ਕਹਿੰਦੇ ਹੈ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਜੀਏ ਜੰਤ ਕੇ ਠਾਕੁਰਾ ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ। ਉਹ ਇਹੀ ਕਹਿੰਦੇ ਹੈ। ਇਵੇਂ ਸਾਧ ਸੰਗਤ ਜੀ ਆਪਾਂ ਵਿਸਥਾਰ ਨਾਲ ਸਰਵਣ ਕੀਤਾ ਸੀ। ਮਹਾਰਾਜ ਜੀ ਨੇ ਦੱਸਿਆ ਵੀ ਪੁਰਖਾ ਜਿਹੜਾ ਤੇਰਾ ਆਤਮ ਸਰੂਪ ਹੈ ਉਹ ਤਿੰਨਾਂ ਸਰੀਰਾਂ ਤੋਂ ਪਰੇ ਹੈ, ਕਿਉਂਕਿ ਜੀਵ ਜਿਹੜੇ ਹੈ ਉਹਨਾਂ ਦੇ ਹਿਰਦੇ ਸ਼ੁੱਧ ਨਹੀਂ ਹੈ, ਜਿਸ ਕਰਕੇ ਅਲਪੱਗ ਮੰਨ ਕੇ ਥੋੜ੍ਹੀ ਬੁੱਧੀ ਵਾਲੇ ਮੰਨ ਕੇ ਆਪਣੇ ਆਪ ਨੂੰ ਸਮਝਦੇ ਹੈ, ਤਾਂ ਕਰਕੇ ਉਹ ਤਿੰਨ ਸਰੀਰ ਪਾਉਂਦੇ ਹੈ। ਪਹਿਲਾ ਮੁੱਖ ਸਰੀਰ ਹੈ ਕਾਰਨ। ਇੱਥੇ ਭਾਵੇਂ ਸਥੂਲ ਸਰੀਰ ਤੋਂ ਆਰੰਭ ਕੀਤਾ। ਕਾਰਨ ਕਹਿ ਲਓ ਅਵਿਦਿਆ ਅਗਿਆਨ। ਇਸ ਅਗਿਆਨਤਾ ਕਰਕੇ ਕਿ ਮੈਂ ਜੀਵ ਹਾਂ, ਅਲਪੱਗ ਹਾਂ, ਥੋੜ੍ਹੀ ਬੁੱਧੀ ਵਾਲਾ ਹਾਂ, ਮੈਂ ਜੰਮਦਾ ਹਾਂ, ਮੈਂ ਮਰਦਾ ਹਾਂ, ਹੰਗਤਾ ਮਮਤਾ ਦੇ ਭਰਮ ਕਰਕੇ ਹੀ ਫਿਰ ਉਹ ਕਾਰਨ ਸਰੀਰ ਤੋਂ ਹੀ ਸੂਖਮ ਸਰੀਰ 17 ਤੱਤਾਂ ਦਾ, 17 ਤੱਤਾਂ ਤੋਂ ਹੀ ਫਿਰ ਅਗਲੇ ਪਾਸੇ ਸਥੂਲ ਸਰੀਰ ਜਿਹੜਾ ਹੈ ਉਹ ਮਿਲਦਾ ਹੈ। ਉਸ ਸਥੂਲ ਸਰੀਰ ਵਿੱਚ ਹੀ ਜੀਵ ਹੰਗਤਾ ਧਾਰਦਾ ਤਰ੍ਹਾਂ ਤਰ੍ਹਾਂ ਦੀ। ਜਿਹੜਾ ਕੰਮ ਕਰਦਾ ਉਹ ਕਹਿੰਦਾ ਹੰ ਮੈਂ ਕੀਤਾ, ਹਾਂ ਵਿੱਚ ਆਇਆ, ਹਾਂ ਵਿੱਚ ਗਿਆ। ਇਹਦੇ ਵਿੱਚ ਗੁਰੂ ਸਾਹਿਬ ਨੇ ਹੰਗਤਾ ਬੁੱਧੀ ਦੱਸੀ ਹੈ ਜੀਵ ਦੀ ਸ਼ਬਦ ਵਿੱਚ। ਹਉਮੈ ਈ ਬੰਧਨਾ ਫਿਰ ਜੋਨੀ ਪਾਹੇ। ਬੜੀਆਂ ਪੀੜਾਂ ਸਹਿੰਦਾ ਹੈ, ਦੁੱਖ ਪਾਉਂਦਾ ਹੈ। ਜਿਹੜਾ ਕਾਰਨ ਸਰੀਰ ਹੈ ਇਹਦੇ ਬਹੁਤ ਜ਼ਿਆਦਾ ਸੂਖਮੀ ਹੈ, ਅਵਿਦਿਆ ਹੈ। ਇਹ ਕਾਰਨ ਸਰੀਰ ਦੇ ਤੇ ਪਰਮੇਸ਼ਰ ਆਤਮ ਸਰੂਪ ਦੇ ਸਾਧ ਸੰਗਤ ਜੀ ਇੱਕ ਸੂਖਮ ਪੜਦਾ ਹੈ। ਜਿਵੇਂ ਪਤੰਗਾ ਹੁੰਦਾ ਹੈ ਜਿਹੜਾ ਸਾਉਣ ਭਾਦਰੋਂ ਦੇ ਮਹੀਨੇ ਵਿੱਚ ਜਦੋਂ ਮੀਂਹ ਪੈਂਦੇ ਆ ਅਤੇ ਦੀਵੇ ਦੀ ਲਾਟ ਉੱਪਰ ਨੱਚਦਾ। ਅੱਜ ਕੱਲ੍ਹ ਤਾਂ ਦੀਵੇ ਨਹੀਂ ਹੈਗੇ, ਬਲਬਾਂ ਦੇ ਆਲੇ ਦੁਆਲੇ ਨੱਚਦਾ ਉਹ, ਅਤੇ ਉਹ ਉੱਥੇ ਨੱਚ ਨੱਚ ਆਪਣੇ ਖੰਭ ਤੋੜ ਕੇ ਮਰ ਜਾਂਦਾ। ਉਹਦਾ ਖੰਭ ਬੜਾ ਸੂਖਮ ਹੈ, ਆਸਾ ਪਾਸਾ ਦਿਖਦਾ ਹੈ। ਇਸ ਤਰ੍ਹਾਂ ਜੀਵ ਦਾ ਅਤੇ ਪਰਮੇਸ਼ਰ ਦਾ ਭੇਦ ਹੈ, ਪੜਦਾ ਇੰਨਾ ਕੀ ਹੈ ਮਿਲਣ ਦਾ। ਅਤੇ ਆਪਾਂ ਵੇਖ ਲਓ ਵੀ ਉਹ ਪੜਦਾ ਹੀ ਨਹੀਂ ਸਾਡੇ ਕੋਲ ਪਾਟਣ ਡਿਆ। ਜਨਮ ਹੀ ਲੰਘ ਗਏ ਸਾਡੇ, ਬੜਾ ਉਸ ਪੜਦੇ ਨੂੰ ਪਾੜਨਾ ਔਖਾ ਹੈ। ਕਾਰਨ ਸਰੀਰ ਅਤੇ ਇਸੇ ਤਰ੍ਹਾਂ ਆਤਮ ਸਰੂਪ, ਇੰਨਾ ਹੀ ਪੜਦਾ ਹੈ ਬਸ ਵੀ ਕਾਰਨ ਸਰੀਰ ਆਤਮ ਸਰੂਪ 'ਚ ਹੀ ਲੀਨ ਹੈ। ਅਗਿਆਨ ਜਿਹੜਾ ਹੈ ਉਹ ਆਤਮ ਸਰੂਪ 'ਚ ਹੀ ਲੀਨ ਹੈ। ਉਹ ਸੁਖੋਪਤੀ ਅਵਸਥਾ ਵਿੱਚ ਜਾ ਕੇ ਜਿਹੜਾ ਕਾਰਨ ਸਰੀਰ ਹੈ, ਅਗਿਆਨ ਹੈ, ਉੱਥੇ ਜਾ ਕੇ ਬੁੱਧੀ ਸੂਖਮ ਸਰੀਰ ਹੈ ਅਤੇ ਸੁਪਨ ਅਵਸਥਾ ਵਾਲੀ ਹੈ। ਬੁੱਧੀ ਉੱਥੇ ਅਗਿਆਨ ਕਾਰਨ ਸਰੀਰ 'ਚ ਲੀਨ ਹੋ ਜਾਂਦੀ ਹੈ। ਅਗਿਆਨ ਜਾ ਕੇ ਜਿਹੜਾ ਹੈ ਉਹ ਚੇਤਨ ਦੇ ਪ੍ਰਤੀਬਿੰਬ 'ਚ ਜਾ ਕੇ ਲੀਨ ਹੋ ਜਾਂਦਾ ਹੈ। ਤਾਂ ਹੀ ਉੱਥੇ ਅਗਿਆਨ ਵੀ ਹੈ, ਉੱਥੇ ਗਿਆਨ ਵੀ ਹੈ ਜਦੋਂ ਸੁਖੋਪਤੀ ਅਵਸਥਾ ਹੁੰਦੀ ਹੈ। ਜਿਸ ਤਰ੍ਹਾਂ ਮਹਾਰਾਜ ਜੀ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਹੈ, ਜਿਹਦੀ ਬੜੀ ਸੂਖਮ ਵਿਚਾਰ ਹੈ। ਗੁਰੂ ਮਹਾਰਾਜ ਜੀ ਨੇ ਜਿਵੇਂ ਅੱਗੇ ਹੋਰ ਉਪਦੇਸ਼ ਕੀਤਾ, ਸਰੀਰ ਬਾਰੇ ਦੱਸਿਆ, ਬ੍ਰਹਮ ਗਿਆਨ ਆਤਮ ਦੇ ਨਿਰਣੇ ਬਾਰੇ, ਆਤਮ ਦੀ ਲਗਤਾ ਬਾਰੇ ਦੱਸਿਆ। ਉਹ ਰਹਿੰਦਾ ਸੀ ਪ੍ਰਸੰਗ, ਕੱਲ੍ਹ ਸਮਾਂ ਪੂਰਾ ਹੋ ਗਿਆ ਸੀ। ਹੁਣ ਜਿਵੇਂ ਅੱਜ ਕਥਾ ਵਿਚਾਰ ਆ ਰਹੀ ਆ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਉਂ ਸੁਨ ਲਹਣੇ ਬੰਦ ਕਰ। ਜਦੋਂ ਮਹਾਰਾਜ ਜੀ ਨੇ ਕਿਹਾ ਵੀ ਪੁਰਖਾ ਐਸਾ ਜਿਹੜਾ ਤੇਰਾ ਆਤਮ ਸਰੂਪ ਹੈ ਸਭ ਚੀਜ਼ਾਂ ਤੋਂ ਪਰੇ ਹੈ, ਸੁਖ ਸਰੂਪ,
ਉਹਨੂੰ ਨੇਤ ਨੇਤ ਬੇਅੰਤ ਬੇਅੰਤ ਕਰਨ ਦੇ ਨਾਲ ਉਹ ਸਾਖਿਆਤ ਪ੍ਰਗਟ ਹੋ ਜਾਂਦਾ ਹੈ। ਨਾ ਇਤੀ ਕਾਰਨਾ ਨਾ ਇਤੀ ਕਾਰਜਾ, ਜਿਹਦਾ ਕੋਈ ਕਾਰਨ ਨਹੀਂ ਹੈ, ਜਿਹਦਾ ਕੋਈ ਕਾਰਜ ਨਹੀਂ ਹੈ, ਸਗੋਂ ਉਹ ਸਭ ਦਾ ਕਾਰਨ ਹੈ। ਇਸ ਤਰ੍ਹਾਂ ਕਰਨ ਨਾਲ ਉਹ ਸਾਖਿਆਤ ਪ੍ਰਗਟ ਹੋ ਜਾਂਦਾ ਹੈ, ਜਿਸ ਕਰਕੇ ਆਪਣਾ ਜੋ ਆਨੰਦ ਸਰੂਪ ਹੈ ਉਸ ਵਿੱਚ ਫਿਰ ਲੀਨ ਹੋ ਜਾਂਦਾ ਹੈ। ਇਹ ਜੀਵ ਜਿਹੜਾ ਆਪਣੇ ਆਪ ਜੀਵ ਕਹਾਉਂਦਾ ਹੈ, ਫਿਰ ਇਹ ਉਹਦੇ ਵਿੱਚ ਲੀਨ ਹੋ ਜਾਂਦਾ ਹੈ। ਇਹ ਉਹ ਸੁਣ ਕੇ ਭਾਈ ਲਹਿਣਾ ਜੀ ਨੇ ਦੋਵੇਂ ਹੱਥ ਜੋੜ ਕੇ ਬੋਹਰ ਬੂਝਨ ਕੀਨਾ ਫਿਰ ਪੁੱਛਣਾ ਕੀਤਾ ਹੈ, ਕਿਉਂਕਿ ਸੂਖਮ ਵਿਚਾਰ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਭ ਗਿਆਨ ਹੈ, ਇੱਥੇ ਜਗਿਆਸੂ ਭਾਵ ਦੇ ਨਾਲ ਕਥਨ ਕੀਤਾ ਹੈ ਵੀ ਫਿਰ ਪੁੱਛਣਾ ਕੀਤਾ ਹੈ, ਕਿਉਂਕਿ ਬੜੀ ਸੂਖਮ ਵਿਚਾਰ ਹੈ। ਸਾਧ ਸੰਗਤ ਜੀ ਦੇ 8-8 10-10 ਸਾਲ ਪੜ੍ਹੀ ਫਿਰ ਜਾ ਕੇ ਥੋੜ੍ਹਾ ਬਹੁਤ ਪੱਲੇ ਪੈਂਦੀ ਹੈ ਗੱਲ। ਬੋਹਰ ਬੂਝਨ ਕੀਨਾ ਫਿਰ ਪੁੱਛਣਾ ਕੀਤਾ ਮਹਾਰਾਜ ਜੀ ਨੂੰ, ਨੇਤ ਨੇਤ ਕਰ ਪ੍ਰਾਪਤੀ। ਜੋ ਸਤਿਗੁਰੂ ਜੀ ਆਪ ਜੀ ਨੇ ਕਿਹਾ ਵੀ ਆਤਮ ਸਰੂਪ ਨੂੰ ਨੇਤ ਨੇਤ ਬੇਅੰਤ ਬੇਅੰਤ ਕਹਿਣ ਕਰਕੇ ਪ੍ਰਾਪਤੀ ਹੋ ਜਾਂਦੀ ਹੈ, ਸਾਖਿਆਤਕਾਰ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ। ਕਹੋ ਪ੍ਰਭੂ ਪਰਬੀਨਾ ਅੰਤਰਜਾਮੀ ਸਿਆਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਦੇ ਬਾਰੇ ਖੋਲ ਕੇ ਥੋੜਾ ਦੱਸੋ, ਕਹੋ ਜੀ। ਚੌਪਈ ਪਰਮ ਕਿਰਪਾਲ ਗਿਆਨ ਘਨ ਪੂਰੇ। ਕਿਉਂਕਿ ਆਪ ਜੀ ਬਹੁਤ ਦਿਆਲੂ ਕਿਰਪਾਲੂ ਤੇ ਇੱਕ ਰਸ ਬੇਅੰਤ ਬੇਅੰਤ ਗਿਆਨ ਬ੍ਰਹਮ ਗਿਆਨ ਵਿੱਚ ਪੂਰੇ ਹੋ ਮਹਾਰਾਜ। ਇੱਕ ਤੇ ਹੁੰਦੇ ਆ ਜਿਹੜੇ ਕਹਿਣ ਵਾਲੇ ਅਹੰ ਬ੍ਰਹਮਾਸਮੀ, ਵੀ ਮੈਂ ਹੀ ਬ੍ਰਹਮ ਹਾਂ, ਉਹ ਜ਼ੁਬਾਨ ਦੇ ਕਹਿਣ ਵਾਲੇ, ਅੰਦਰੋਂ ਗਿਆਨੀ ਨਹੀਂ ਹੁੰਦੇ ਉਹ। ਇੱਕ ਹੈ ਗੁਰੂ ਨਾਨਕ ਸਾਹਿਬ ਜੀ ਜੋ ਪੂਰੇ ਪੂਰੇ ਗਿਆਨ ਵਿੱਚ ਪੂਰੇ ਹਨ। ਅਤੇ ਮਹਾਰਾਜ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਗਿਆਨ ਵਿੱਚ ਪੂਰੇ ਹੋ, ਦਿਆਲੂ ਕਿਰਪਾਲੂ ਹੋ। ਬੋਲੇ ਬਚਨ ਮਧੁਰ ਮ੍ਰਿਦ ਰੂਰੇ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਬੜੇ ਮਿੱਠੇ ਕੋਮਲ ਸੋਹਣੇ। ਮਹਾਭਾਗ ਸੁਣੀਏ ਮਨ ਲਾਈ। ਕਿਆ ਵੱਡੇ ਭਾਗਾਂ ਵਾਲੇ ਪੁਰਖਾ ਭਾਈ ਲੈਣਾ, ਮਨ ਲਾ ਕੇ ਫਿਰ ਅੱਗੇ ਸੁਣੀਏ ਨੇਤ ਨੇਤ ਦਾ ਅਰਥ। ਜਿਸ ਬਿਦ ਨਿਜਾਨੰਦ ਕੋ ਪਾਈ। ਜਿਸ ਢੰਗ ਤਰੀਕੇ ਨਾਲ ਤੁਸੀਂ ਸਮਝ ਕੇ ਆਪਣੇ ਆਪੇ ਦੇ ਆਨੰਦ ਨੂੰ ਪਾ ਲਓਗੇ। ਪੰਜ ਕੋਸ ਪ੍ਰਥਮੇ ਨਿਰਧਾਰ ਹੋ। ਉਹ ਇਹ ਹੈ ਕਿ ਪਹਿਲਾਂ ਤੇ ਤੁਸੀਂ ਇਹ ਨਿਰਣਾ ਕਰ ਲਓ, ਇਹ ਤੁਸੀਂ ਨਿਰਣਾ ਧਾਰ ਲਓ। ਇਹ ਸਮਝ ਲਓ ਵੀ ਜਿਹੜੇ 5 ਕੋਸ਼ ਹੈ, ਕੋਸ਼ ਕਹੀਦਾ ਪੜਦੇ ਨੂੰ, ਜਿਵੇਂ ਤਲਵਾਰ ਹੁੰਦੀ ਅੰਦਰ ਤੇ ਬਾਹਰ ਹੁੰਦਾ ਮਿਆਨ, ਉਹਨੂੰ ਕਹੀਦਾ ਪੜਦਾ। ਜਾਂ ਇੱਕ ਛੋਟਾ ਜਿਹਾ ਕੀੜਾ ਹੈ, ਜਿਹੜੇ ਆਪਾਂ ਵੇਖਦੇ ਉਹਨਾਂ ਨੇ ਘਰ ਬਣਾਏ ਹੁੰਦੇ ਆਪਣੇ, ਆਹ ਕੰਧਾਂ ਕੁੰਧਾਂ 'ਤੇ ਬਣਾ ਲੈਂਦੇ ਆ, ਭਰਿੰਗੀ ਹੁੰਦੀ ਜਿਹੜੀ, ਅਤੇ ਉਹ ਵਿੱਚੇ ਸਮਾਈ ਹੁੰਦੀ ਹੈ ਭਰਿੰਗੀ, ਦੇ ਉੱਪਰ ਉਹਨੇ ਪੜਦਾ ਜਿਹਾ ਤਾਣਿਆ ਹੁੰਦਾ ਘਰ ਦਾ, ਉਹਨੂੰ ਕੋਸ਼ ਕਿਹਾ ਜਾਂਦਾ ਹੈ। ਜਾਂ ਮਿਆਨ ਨੂੰ ਕੋਸ਼, ਕੋਸ਼ ਦਾ ਸਿੱਧਾ ਅਰਥ ਪੜਦਾ। ਪਹਿਲਾਂ ਤਾਂ ਸਤਿਗੁਰੂ ਜੀ ਕਹਿੰਦੇ ਇਹ ਸਮਝ ਲਓ ਕਿ 5 ਕੋਸ਼ ਹਨ, ਭਾਵ 5 ਪੜਦੇ ਹਨ ਜਿਹੜੇ ਆਤਮਾ ਉੱਪਰ ਪ੍ਰਤੀਤ ਹੁੰਦੇ ਹੈ। ਤਿਨ ਤੇ ਹੰਤਾ ਬੁੱਧ ਉਠਾ ਰਹੋ। ਉਹਨਾਂ 5 ਕੋਸ਼ਾਂ ਤੋਂ ਪਹਿਲਾਂ ਤੁਸੀਂ ਆਪਣੀ ਹੰਗਤਾ ਬੁੱਧੀ ਉਠਾ ਦਿਓ, ਚੁੱਕ ਦਿਓ। ਇਹ ਸਮਝ ਲਓ ਵੀ ਮੈਂ 5 ਕੋਸ਼ ਨਹੀਂ ਹਾਂ, ਭਾਵ ਮੈਂ ਸੂਖਮ ਸਰੀਰ ਨਹੀਂ ਹਾਂ, ਮੈਂ ਸਥੂਲ ਨਹੀਂ ਹਾਂ, ਮੈਂ ਕਾਰਨ ਸਰੀਰ ਨਹੀਂ ਹਾਂ। ਜਾਂ ਜੋ ਮੈਨੂੰ ਆਹ ਕੁਝ ਪ੍ਰਤੀਤ ਹੋ ਰਿਹਾ ਹੈ, ਜੋ ਆ ਮੇਰੇ ਇੰਦਰੇ 5 ਪ੍ਰਾਣ ਮਨ ਬੁੱਧੀ ਕਰ ਰਹੇ ਹੈ, ਵੀ ਇਹ ਨਹੀਂ ਹਾਂ ਮੈਂ, ਇਹਨਾਂ ਤੋਂ ਮੈਂ ਪਰੇ ਹਾਂ। ਪਹਿਲਾਂ ਤਾਂ ਇਹ ਹੰਗਤਾ ਬੁੱਧੀ ਜਿਹੜੀ ਹੈ 5 ਕੋਸ਼ਾਂ ਤੋਂ ਚੁੱਕ ਦਿਓ, ਹਟਾ ਦਿਓ ਵੀ ਮੈਂ 5 ਕੋਸ਼ ਨਹੀਂ ਹਾਂ। ਕੋਸ਼ ਅਨ ਮੈਂ ਵਹਿਰ ਸੋ ਦੇਹਾ। ਪਹਿਲਾ ਕੀ ਹੈ? ਕੋਸ਼ ਪੜਦਾ ਅਨ ਮੈਂ ਕੋਸ਼। ਉਹ ਕਿਹੜਾ? ਆ ਜਿਹੜੀ ਬਾਹਰਲੀ ਦੇ, ਇਹਨੂੰ ਕਹਿੰਦਾ ਅਨ ਮੈਂ ਕੋਸ਼, ਅਨਰੂਪ ਕੋਸ਼। ਮੈਂ ਦਾ ਅਰਥ ਹੁੰਦਾ ਰੂਪ। ਜਿਹੜੀ ਇਹ ਦੇਹ ਹੈ ਅੰਨ ਦੇ ਆਸਰੇ ਰਹਿੰਦੀ,
ਅੰਨ ਖਾਂਦੀ ਹੈ। ਅੰਨ ਖਾਣ ਦੇ ਨਾਲ 8 ਧਾਤਾਂ ਬਣਦੀਆਂ, ਖੂਨ, ਹੱਡੀਆਂ, ਮਿੱਝ, ਅੱਗੇ ਦੇ ਅੱਗੇ ਹੋਰ ਚਰਬੀ, ਬੀਰਜ, ਰਗਤ। ਹੁਣ ਇਹ ਤੁਸੀਂ ਰੋਟੀ ਪਾਣੀ ਨਹੀਂ ਖਾਓਗੇ ਤੇ ਇਹ 8 ਧਾਤਾਂ ਨਹੀਂ ਬਣਨਗੀਆਂ। ਉਹ 8 ਧਾਤਾਂ ਤਾਂ ਬਣਦੀਆਂ ਜੇ ਆਪਾਂ ਅੰਨ ਖਾਈਏ ਤੇ। ਇਸ ਕਰਕੇ ਇਹ ਸਰੀਰ ਮਾਨੋ ਕਿ ਅੰਨ, ਇਹ ਮਾਨੋ ਕਿ ਹੈ ਹੀ ਅੰਨ ਦਾ ਹੈ। ਇਹ ਅੰਨ ਖਾਣੇ ਕਰਕੇ ਇਹ ਵੱਧਦਾ। ਜਿਹਦੀ ਚੰਗੀ ਖੁਰਾਕ ਉਹ ਮੋਟਾ ਹੋ ਜਾਂਦਾ, ਜਿਹਦੀ ਘੱਟ ਉਹ ਪਤਲਾ ਹੋ ਜਾਂਦਾ। ਇਵੇਂ 5 ਕੋਸ਼ਾਂ ਵਿੱਚੋਂ ਪਹਿਲਾ ਕੋਸ਼ ਪੜਦਾ ਤੇ ਇਹ ਹੈ ਆਤਮ ਸਰੂਪ ਦੇ ਉੱਪਰ, ਕਿ ਇਹ ਜਿਹੜੀ ਬਾਹਰਲੀ ਦੇ ਨਾ ਹੱਡ ਚੰਮ ਦੀ, ਹਾੜ ਮਾਸ ਨਾੜੀ ਕੋ ਪਿੰਜਰ, ਇਹ ਜਿਹੜਾ ਪਿੰਜਰਾ ਸਰੀਰ ਦਾ, ਇਹ ਅੰਨਮੈ ਕੋਸ਼ ਹੈ। ਅੰਨ ਤੋਂ ਬਣਿਆ ਹੋਇਆ, ਇਹਨੂੰ ਅੰਨਮੈ ਕੋਸ਼ ਕਹਿੰਦੇ ਆ। ਹੱਡ ਚੰਮ ਦੇ ਸਰੀਰ ਨੂੰ ਜਾਗਰਤ ਮਹਿ ਵਰਤਤ ਹੈ ਇਹਾ। ਇਹ ਅੰਨਮੈ ਕੋਸ਼ ਜਾਗਰਤ ਅਵਸਥਾ ਵਿੱਚ ਵਰਤਦਾ। ਭਾਵ ਸਥੂਲ ਸਰੀਰ ਜਿਹੜਾ ਹੈ ਅੰਨਮੈ ਕੋਸ਼ ਹੈ, ਇਹ ਜਾਗਰਤ ਅਵਸਥਾ 'ਚ ਵਰਤਦਾ। ਹੁਣ ਅਸੀਂ ਜਾਗਦੇ ਹਾਂ, ਕੋਈ ਆਵਾਜ਼ ਮਾਰੂਗਾ ਸਾਨੂੰ ਝੱਟ ਸੁਣ ਲਾਂਗੇ, ਕੋਈ ਗੱਲ ਕਰੂਗਾ ਮਾੜੀ ਚੰਗੀ ਝੱਟ ਉਹਦੇ ਗਲ ਪੈ ਜਾਵਾਂਗੇ। ਇਹ ਹੁਣ ਸਾਹਮਣੇ ਦੇਖਾਂਗੇ, ਸੁਣ ਸਕਦੇ ਹਾਂ, ਹੱਥਾਂ ਨਾਲ ਕਿਰਿਆ ਕਰ ਸਕਦੇ। ਅੰਨਮੈ ਕੋਸ਼ ਸਥੂਲ ਸਰੀਰ। ਕੋਈ ਆਪਾਂ ਕੰਮ ਕਰਨਾ ਹੈ ਤੇ ਸਥੂਲ ਸਰੀਰ ਨੇ ਕਰਾਂਗੇ, ਉੱਠ ਕੇ ਜਾਵਾਂਗੇ, ਕੋਈ ਚੀਜ਼ ਚੁੱਕਾਂਗੇ, ਕੋਈ ਰੱਖਾਂਗੇ, ਕੋਈ ਲੜਾਂਗੇ, ਕੋਈ ਝਗੜਾਂਗੇ, ਬੋਲਾਂਗੇ। ਇਹ ਅੰਨਮੈ ਕੋਸ਼ ਬਾਹਰਲੀ ਦੇ ਜਿਹੜੀ ਹੈ ਇਹ ਜਾਗਰਤ ਵਿੱਚ ਅਵਸਥਾ ਵਿੱਚ ਵਰਤਦੀ ਹੈ। ਸਿੱਧਾ ਕਲ ਵੀ ਅੰਨਮੈ ਕੋਸ਼ ਜਾਗਰਤ ਅਵਸਥਾ ਵਿੱਚ ਵਰਤਦਾ ਹੈ। ਇਹਦੇ ਵਿੱਚ ਜਾਗਰਤ ਅਵਸਥਾ ਜਿਹੜੇ ਆਪਾਂ ਸਾਰੇ ਪ੍ਰਤੱਖ ਕੰਮ ਕਰਦੇ ਹਾਂ। ਲਖੋ ਅਨਾਤਮ ਯਾ ਕੋ ਰੂਪਾ। ਇਸ ਅੰਨਮੈ ਕੋਸ਼ ਦਾ ਜਿਹੜਾ ਸਰੂਪ ਹੈ, ਰੂਪ ਹੈ, ਭਾਈ ਪੁਰਖਾ ਜਾਣ ਲਾ, ਉਹ ਆਤਮਾ ਨਹੀਂ ਹੈ, ਤੇਰਾ ਅਨਾਤਮ ਹੈ, ਇਹ ਆਤਮਾ ਨਹੀਂ ਹੈ। ਨਿਰਾਵੈਵ ਆਤਮ ਅਨੂਪਾ। ਨਿਰਾਵੈਵ ਜਿਹੜਾ ਤੇਰਾ ਆਪਾ ਆਤਮਾ, ਉਹ ਤੇ ਨਿਰਾਵੈਵ ਹੈ, ਜਿਸ ਦੇ ਹਿੱਸੇ ਨਾ ਹੋਣ। ਉਹ ਅੰਗਾਂ ਵਾਲਾ ਨਹੀਂ ਹੈ ਆਤਮਾ, ਉਹਦੇ ਅੰਗ ਨਹੀਂ ਹੈ। ਅਨੂਪਾ ਉਪਮਾ ਤੋਂ ਰਹਿਤ ਹੈ। ਕੋਸ ਪ੍ਰਾਨ ਮੈਂ ਤਿਸ ਤੇ ਅੰਤਰ। ਆਤਮਾ ਸਿੱਧਾ ਕਹਿ ਲਵੇ ਸਥੂਲ ਸਰੀਰ ਵਾਲਾ ਨਹੀਂ ਹੈ। ਆ ਜਿਹੜਾ ਬਾਹਰ ਸਰੀਰ ਹੈ ਨਾ, ਇਹ ਆਤਮਾ ਨਹੀਂ ਹੈ, ਆਤਮਾ ਵੱਖਰਾ ਹੈ ਤੋਂ। ਅੰਨਮੈ ਕੋਸ਼ ਨਹੀਂ ਹੈ ਆਤਮਾ, ਉਹ ਤੇ ਸਗੋਂ ਅੰਗਾਂ ਤੋਂ ਰਹਿਤ ਹੈ। ਅਗਲਾ ਹੈ ਕੋਸ਼ ਪ੍ਰਾਣ ਮੈਂ ਤਿਸ ਤੇ ਸੁਣੀ ਅੰਤਰ। ਅੰਨਮੈ ਕੋਸ਼ ਦੇ ਅੰਦਰ ਕੀ ਹੈ? ਉਹ ਹੈ ਪ੍ਰਾਣਮੈ ਕੋਸ਼, ਪ੍ਰਾਣ ਰੂਪ ਕੋਸ਼, ਜਿਹਦੇ ਵਿੱਚ 5 ਕਰਮ ਇੰਦਰੇ ਹੁੰਦੇ ਹੈ, ਕਿਰਿਆ ਕਰਦੇ, ਤੇ 5 ਪ੍ਰਾਣ। ਉਹ ਕਿਹੜੇ ਹੈ? ਇੱਕ ਹੈ ਪ੍ਰਾਣ, ਇੱਕ ਹੈ ਸਮਾਨ, ਇੱਕ ਉਦਿਆਨ, ਇੱਕ ਵਿਆਨ। ਇਹ ਹੈ 5। ਇਹਨਾਂ ਦੀ ਵੱਖੋ ਵੱਖਰੀ ਫਿਰ ਕਿਰਿਆ ਹੈ ਕਿ ਜਿਹੜੀ ਪ੍ਰਾਣ ਹੈ ਉਹ ਹਿਰਦੇ ਵਿੱਚ ਹੈ, ਆਪਣੇ ਸਿਰ ਦੇ ਵਿੱਚ। ਜਿਹੜੀ ਅਪਾਨ ਹੈ ਉਹ ਗੁਦਾ ਵਿੱਚ ਹੈ। ਅੱਜ ਜਦੋਂ ਆਪਾਂ ਲੈਟਰਿਨ ਦੀ ਕਿਰਿਆ ਕਰਦੇ ਹਾਂ, ਉਹ ਅਪਾਨ ਪ੍ਰਾਣ ਦਾ ਕੰਮ ਹੈ, ਵੀ ਉਹ ਜਿਹੜੀ ਹਵਾ ਕਰਕੇ ਸਾਨੂੰ ਇਸ ਤਰ੍ਹਾਂ ਹੁੰਦਾ ਹੈ। ਜਿਹੜੀ ਸਮਾਨ ਹੈ ਉਹ ਨਾਭੀ ਦੇ ਵਿੱਚ, ਨਾਭੀ ਗਈ ਦਾ ਧੁਨੀ ਵਿੱਚ। ਜਿਹੜਾ ਉਦਿਆਨ ਪ੍ਰਾਣ ਹੈ ਉਹ ਹੈਗਾ ਕੰਠ ਵਿੱਚ। ਇਸੇ ਤਰ੍ਹਾਂ ਜਿਹੜਾ ਵਿਆਨ ਉਹ ਸਾਰੇ ਸਰੀਰ ਵਿੱਚ ਹੈ। ਜਿੰਨੇ ਸਾਡੀਆਂ ਲੱਤਾਂ ਬਾਹਾਂ ਹਿਲਦੀਆਂ ਹੈ ਨਾ, ਵੀ ਲੱਤ ਸਿੱਧੀ ਪੁੱਠੀ ਕਰ ਲੈਂਦੇ ਹਾਂ, ਹੱਥ ਨੂੰ ਘੁੱਟ ਲੈਂਦੇ ਹਾਂ, ਖੋਲ੍ਹ ਲੈਂਦੇ ਹਾਂ, ਇਹ ਵਿਆਨ ਦੇ ਕਰਕੇ ਹੀ ਹੈ। ਇਹ ਇਸੇ ਕਰਕੇ ਜਿਹੜੀ ਪ੍ਰਾਣ ਹੈ ਇਹ ਸਾਰੇ ਸਰੀਰ ਵਿੱਚ ਹੈ। ਜੇ ਇਹ ਨਾ ਹੋਵੇ ਤਾਂ ਨਾ ਅੰਗ ਮੁੜਨ ਨਾ ਜੁੜਨ। ਇਹ ਪ੍ਰਾਣ ਉਦੋਂ ਨਿਕਲ ਜਾਂਦੇ ਆ ਜਦੋਂ ਬੰਦਾ ਮਰਦਾ, ਫਿਰ ਸਿੱਧਾ ਹੀ ਅੰਗ ਰਹਿੰਦੇ, ਜਿੱਥੇ ਖੜੋਤੇ ਉੱਥੇ ਖੜੋਤੇ ਰਹਿੰਦੇ। ਇਹ ਤਾਂ 5 ਪ੍ਰਾਣ 5 ਉਪ ਪ੍ਰਾਣ ਮੰਨੇ ਆ। ਕ੍ਰਿਕਲ, ਕੂਰਮ, ਨਾਗ, ਦੇਵਦੱਤ, ਧਨੰਜੈ, ਇਹ 10 ਮੰਨੇ ਸਰੀਰ ਵਿੱਚ, ਅਤੇ 5 ਜਿਹੜੇ ਹੈ ਉਹ ਮੁੱਖ ਮੰਨੇ। ਕੋਸ਼ ਪ੍ਰਾਣ ਮੈਂ ਤਿਸਤੇ ਅੰਤਰ। ਤਿਸਤੇ ਅੰਤਰ ਕਹਿ ਲਓ ਸੂਖਮ ਸਰੀਰ ਹੈ, ਕਿਉਂਕਿ ਜਿਹੜਾ ਸੂਖਮ ਸਰੀਰ ਹੈ ਨਾ 5 ਪ੍ਰਾਣ
ਇਵੇਂ ਤੇ ਇਹਦੇ ਅੰਨਮੈ ਕੋਸ਼ ਦੇ ਅੰਦਰ ਪ੍ਰਾਣਮੈ ਕੋਸ਼ ਹੈ, ਪ੍ਰਾਣ ਰੂਪ ਪੜਦਾ ਹੈ। ਨਾਹੇ ਨਾ ਆਤਮ ਜਾਨ ਨਿਰੰਤਰ। ਉਹ ਵੀ ਆਤਮਾ ਨਹੀਂ ਹੈ ਜਿਹੜੇ ਪੰਜ ਪ੍ਰਾਣ ਹੈ। ਪੰਜ ਕਰਮੇਂਦਰੇ ਵੀ ਆਤਮਾ ਨਹੀਂ ਹੈ, ਪੰਜ ਪ੍ਰਾਣ ਵੀ ਆਤਮਾ ਨਹੀਂ ਹੈ, ਕਿਉਂਕਿ ਤੂੰ ਪੁਰਖਾ ਜਾਣ ਜਿਹੜੇ ਤੇਰਾ ਆਤਮਾ ਉਹ ਤੇ ਇੱਕ ਰਸ ਹੈ। ਪੰਜ ਪ੍ਰਾਣ ਇੱਕ ਰਸ ਥੋੜ੍ਹੀ ਹੈ, ਤੇ ਆਉਂਦੇ ਆ ਜਾਂਦੇ ਆ ਨਿਕਲਦੇ ਆ ਤੇ ਪ੍ਰਵੇਸ਼ ਹੁੰਦੇ ਆ। ਆਤਮਾ ਇੱਕ ਰਸ ਹੈ, ਜਿੱਥੇ ਹੈ ਉੱਥੇ ਟਿਕਿਆ ਹੋਇਆ, ਹਿਲਦਾ ਜੁਲਦਾ, ਕਿਰਿਆ ਕੋਈ ਨਹੀਂ ਕਰਦਾ, ਅਕਿਰਿਆ ਹੈ। ਇਸ ਤਰ੍ਹਾਂ ਆਪਣੇ ਆਤਮਾ ਨੂੰ ਨਿਰੰਤਰ ਇੱਕ ਰਸ ਜਾਣ, ਉਹ ਆਤਮਾ ਨਹੀਂ ਹੈ। ਪੰਜ ਪ੍ਰਾਣ ਪ੍ਰਾਣਮੈ ਕੋਸ਼ ਆਤਮਾ ਨਹੀਂ ਹੈ, ਇਹ ਦੂਸਰਾ ਪੜਦਾ ਹੈ। ਬਾਹਰ ਮਨੋ ਮੈਂ ਕੋਸ਼ ਸੁਨੀਜੈ। ਫਿਰ ਉਸ ਤੋਂ ਅੱਗੇ ਤੀਸਰਾ ਪੜਦਾ, ਉਹ ਕੀ ਹੈ? ਮਨੋਮੈ ਕੋਸ਼, ਮਨ ਰੂਪੀ ਪੜਦਾ। ਜਿਹੜਾ ਮਨ ਹੈ, ਇਹਦੇ ਵਿੱਚ ਪੰਜ ਗਿਆਨ ਇੰਦਰੀ ਆ ਜਾਂਦੇ ਹੈ, ਜਿਹੜੀਆਂ ਅੱਖਾਂ, ਨੱਕ, ਰਸਨਾ, ਚਮੜੀ, ਇਸੇ ਤਰ੍ਹਾਂ ਸਰਵਣ ਕਰਨ, ਇਹ ਜਿਹੜੇ ਪੰਜ ਗਿਆਨ ਇੰਦਰੀ ਹੈ ਤੇ ਮਨ ਹੈ, ਇਹਨੂੰ ਕਹਿੰਦਾ ਮਨੋਮੈ ਕੋਸ਼। ਇਹ ਵੀ ਕੀ ਹੈ? ਸੂਖਮ ਸਰੀਰ। ਇਹ ਵੀ ਸੂਖਮ ਸਰੀਰ ਹੈ। ਸੂਖਮ ਮਨੋਮੈ ਕੋਸ਼, ਉਹਦੇ ਬਾਰੇ ਸੁਣ ਲਈਏ। ਸੋਪ ਅਨਾਤਮ ਹਿਰਦੇ ਲਖੀਜੈ। ਪਾਣਾ ਸੋਪੇ, ਉਹ ਵੀ ਤੂੰ ਹਿਰਦੇ ਵਿੱਚ ਜਾਣ ਲਾ। ਮਨੋਮੈ ਕੋਸ਼ ਵੀ ਤੇਰਾ ਆਤਮਾ ਨਹੀਂ ਹੈ, ਨਾ ਤੇ ਮਨ ਤੇਰਾ ਆਤਮਾ ਹੈ, ਸਗੋਂ ਮਨ ਨੂੰ ਪ੍ਰਕਾਸ਼ਣ ਵਾਲਾ ਆਤਮਾ ਹੈ। ਗਿਆਨ ਇੰਦਰੀ ਵੀ ਤੇਰਾ ਆਤਮਾ ਨਹੀਂ ਹੈ, ਕਿਉਂਕਿ ਜਿਹੜੇ ਗਿਆਨ ਇੰਦਰੀ ਹੈ ਉਹਨਾਂ ਨੂੰ ਸੱਤਾ ਸਫੁਰਤੀ ਦੇਣ ਵਾਲਾ ਵੀ ਕੀ ਹੈ? ਉਹ ਹੈ ਆਤਮਾ। ਤੇ ਪੰਜ ਗਿਆਨ ਇੰਦਰੀ ਮਨ, ਇਹ ਵੀ ਸੂਖਮ ਸਰੀਰ ਹੈ, ਤੇ ਸੂਖਮ ਸਰੀਰ ਉਹ ਤੇ ਆਤਮਾ ਹੈ ਨਹੀਂ ਹੈ। ਕੋਸ਼ ਵਿਗਿਆਨ ਮਾਈ ਤਿਹ ਪਰ। ਇਹ ਮਨੋਮੈ ਕੋਸ਼ ਤੋਂ ਪਰੇ ਚੌਥਾ ਹੈ ਵਿਗਿਆਨਮਈ ਕੋਸ਼। ਵਿਗਿਆਨ ਕਹਿੰਦਾ ਬੁੱਧੀ ਨੂੰ, ਜਿਹਦੇ ਵਿੱਚ ਪੰਜ ਗਿਆਨ ਇੰਦਰੀ ਆ ਜਾਂਦੇ ਆ ਤੇ ਬੁੱਧੀ ਸਮੇਤ, ਉਹਨੂੰ ਕਹਿੰਦਾ ਵਿਗਿਆਨਮਈ ਕੋਸ਼, ਵਿਗਿਆਨਮਈ ਪੜਦਾ। ਇਹ ਚੌਥਾ ਪੜਦਾ ਹੈ। ਇਸ ਤੋਂ ਵੀ ਤੇਰਾ ਆਤਮਾ ਪਰੇ ਹੈ, ਕਿਉਂਕਿ ਬੁੱਧੀ ਵੀ ਸੂਖਮ ਸਰੀਰ ਦਾ ਹਿੱਸਾ, ਪੰਜ ਗਿਆਨ ਇੰਦਰੀ ਸੂਖਮ ਸਰੀਰ ਦਾ ਹਿੱਸਾ, ਤੇ ਸੂਖਮ ਸਰੀਰ ਤੋਂ ਅਗਲੇ ਪਾਸੇ ਤੇ ਹੈ ਕਾਰਨ ਸਰੀਰ। ਇਹਦੇ ਪਿੱਛੇ ਰਹਿ ਗਏ ਬੜੇ। ਇਹ ਵੀ ਤੇਰਾ ਆਤਮਾ ਇਸ ਤੋਂ ਵੀ ਪਰੇ ਹੈ। ਤੀਨ ਕੋਸ਼ ਬਿਨ ਤਨ ਜੇਰਰ। ਤਿੰਨਾਂ ਕੋਸ਼ਾਂ ਤੋਂ ਬਿਨਾਂ ਤਿੰਨ ਜਿਹੜੇ ਕਥਨ ਕੀਤੇ ਹੈ, ਕਹੇ ਆ, ਉਹ ਕਿਹੜਾ ਕਿਹੜਾ? ਕਿ ਇੱਕ ਪ੍ਰਾਣਮੈ ਕੋਸ਼, ਦੂਸਰਾ ਜਿਹੜਾ ਹੈ ਵਿਗਿਆਨਮੈ ਕੋਸ਼ ਅਤੇ ਮਨੋਮੈ ਕੋਸ਼। ਇਹ ਸੂਖਮ ਸਰੀਰ ਦੇ ਹਿੱਸੇ ਹਨ। ਸੁਪਨ ਅਵਸਥਾ ਇਸ ਕੇ ਮਾਹੀ। ਸੁਪਨ ਅਵਸਥਾ ਇਹ ਸੂਖਮ ਸਰੀਰ ਦੇ ਵਿੱਚ ਹੀ ਹੈ। ਜਿਹੜੇ ਸੁਪਨੇ ਸਾਨੂੰ ਆਉਂਦੇ ਨਾ, ਸੂਖਮ ਸਰੀਰ ਵਿੱਚ ਹੀ ਹੈ। ਹਿਤਾ ਨਾਮੇ ਨਾੜੀ 'ਚ ਜਿਹੜੇ ਦਿਨ ਦੇ ਸਥੂਲ ਸਰੀਰ ਨਾਲ ਤੱਕੀਆਂ ਚੀਜ਼ਾਂ ਜੋ ਦੇਖਿਆ, ਉਹ ਜਾ ਕੇ ਹਿਤਾ ਨਾਮੀ ਨਾੜੀ ਵਿੱਚ ਇਕੱਠਾ ਹੁੰਦਾ ਹੈ। ਜਿਹੜੀ ਕੇਸ ਦੇ ਰੋਮ ਦੇ 1000ਵੇਂ ਹਿੱਸੇ ਵਾਂਗ, ਇਹ ਤੋਂ ਵੀ 1000ਵਾਂ ਹਿੱਸਾ ਬਰੀਕ ਹੈ, ਉਹ ਇੰਨੀ ਸੂਖਮ ਹੈ। ਐਸੇ ਕੰਠ ਵਿੱਚ ਦੱਸੀ ਜਾਂਦੀ ਹੈ। ਅਤੇ ਉਹਦੇ ਵਿੱਚ ਸੁਪਨੇ ਜਿਹੜੇ ਹੁੰਦੇ ਹੈ, ਸੁਪਨ ਅਵਸਥਾ ਦਾ ਅਭਿਮਾਨੀ ਜੀਵ ਆਤਮਾ ਉੱਥੇ ਜਾ ਕੇ ਹੁੰਦਾ ਹੈ। ਜਦੋਂ ਜਾਗਰਤ ਅਵਸਥਾ ਵਿੱਚ ਜਿਹੜਾ ਜੀਵ ਹੈ ਉਹ ਨੇਤਰਾਂ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀ ਸੁਖੋਪਤ ਅਵਸਥਾ ਉਹ ਕੰਠ ਵਿੱਚ ਹੁੰਦਾ ਹੈ। ਅਤੇ ਜਦੋਂ ਇੱਕ ਹੈ ਉੱਥੇ ਤੇਜਸਵ ਨਾਮੀ ਤੇਜਸਵ ਜਿਹੜਾ ਅਭਿਮਾਨੀ ਹੈ, ਉਹ ਹੁੰਦਾ ਸੁਖੋਪਤੀ ਅਵਸਥਾ ਵਿੱਚ। ਇਹ ਸਾਧ ਸੰਗਤ ਜੀ ਕਹਿੰਦੇ ਆ, ਮਹਾਰਾਜ ਵਿਚਰਤ ਆਤਮਾ, ਵਿਚਰਤ ਆਤਮ ਰੂਪ ਵਿਚਰਤ ਆਤਮ ਰੂਪ ਤਹਾਹੀ। ਸੁਪਨ ਅਵਸਥਾ ਇਸ ਕੋਸ਼ ਵਿੱਚ ਹੈ ਜੋ ਵਿਗਿਆਨਮਈ ਹੈ। ਉਸ ਕੋਸ਼ ਵਿੱਚ ਸੁਪਨ ਅਵਸਥਾ ਹੈ, ਸੂਖਮ ਸਰੀਰ ਸਿੱਧਾ ਕਹਿ ਲਓ। ਉਸ ਵਿੱਚ ਆਤਮਾ ਰੂਪ ਤੇ ਜਿਹੜਾ ਤੇਰਾ ਆਪਾ ਹੈ ਸੂਖਮ ਰੂਪ ਵਿੱਚ ਵਿਚਰਦਾ ਹੈ। ਕਿਉਂਕਿ ਜੇ ਸੁਪਨਾ ਆਇਆ, ਉੱਥੇ ਆਤਮਾ ਦਾ ਬੁੱਧੀ ਵਿੱਚ ਪ੍ਰਕਾਸ਼ ਹੈ,
ਸਰੀਰ ਦੇ ਵਿੱਚ ਅੰਦਰਲੇ ਸੂਖਮ ਸਰੀਰ 'ਚ ਪ੍ਰਕਾਸ਼ ਹੈ, ਤਾਂ ਹੀ ਤਾਂ ਸਾਨੂੰ ਸੁਪਨੇ ਦਾ ਗਿਆਨ ਹੁੰਦਾ ਵੀ ਮੈਨੂੰ ਸੁਪਨਾ ਆਇਆ ਸੀ, ਬੜਾ ਮਾੜਾ ਆਇਆ ਜਾਂ ਚੰਗਾ ਆਇਆ। ਉੱਥੇ ਆਤਮਾ ਵਿਚਰਦਾ ਹੈ ਸੂਖਮ ਰੂਪ ਵਿੱਚ। ਲਖੋ ਨਾ ਇਤ ਸਰੂਪ ਨਿਜ ਕੇਰੋ। ਇਸ ਨੂੰ ਵੀ ਆਪਣਾ ਜਿਹੜਾ ਨਾ ਸਰੂਪ ਨਾ ਜਾਣੋ, ਇਹ ਤੇਰਾ ਆਤਮਾ ਨਹੀਂ ਹੈ। ਇਨ ਤੇ ਨਿਆਰੋ ਨੀਕੇ ਹੇਰੋ। ਗੁਰਖਾ ਇਹਨਾਂ ਤੋਂ ਵੀ ਨਿਆਰਾ ਹੈ ਤੇਰਾ ਆਤਮ ਸਰੂਪ ਚੰਗਾ, ਉਸ ਨੂੰ ਮਹਾਨ ਦੇਖੋ। ਚੌਹਾਨ ਤੇ ਜੋ ਪਰੇ ਪਛਾਨਹ। ਇਹਨਾਂ ਚੌਹਾਂ ਕੋਸ਼ਾਂ ਤੋਂ, ਚੌਹਾਂ ਪਰਦਿਆਂ ਤੋਂ ਜੋ ਪਰੇ ਉਸ ਨੂੰ ਪਛਾਣੋ। ਕੋਸ ਆਨੰਦ ਮੈਂ ਆਖੈ ਜਾਨੋ। ਮੈਂ ਆਖੈ ਜਾਨੋ, ਉਹ ਕੀ ਹੈ? ਇਸ ਚੌਹਾਂ ਤੋਂ ਜੋ ਪਰੇ ਪਛਾਣੋ, ਉਹ ਕਿਹੜਾ ਕੋਸ਼ ਹੈ? ਆਨੰਦਮੈ ਕੋਸ਼। ਆਨੰਦਮੈ ਕੋਸ਼ ਆਖੈ ਵਿੱਚੋਂ ਹੀ ਆੜਾ ਨਿਕਲ ਆਉਣਾ ਹੈ ਕੰਨੇ ਦੇ ਵਿੱਚੋਂ। ਆਨੰਦਮੈ ਕੋਸ਼ ਨਾਮ ਉਹਦਾ ਜਾਣੋ, ਜੋ ਇਹਨਾਂ ਚੌਹਾਂ ਤੋਂ ਹੀ ਪਰੇ ਹੈ। ਪ੍ਰਾਣਮੈ, ਮਨੋਮੈ, ਵਿਗਿਆਨਮੈ, ਅੰਨਮੈ ਕੋਸ਼ ਤੋਂ ਪਰੇ ਹੈ, ਜੋ ਆਨੰਦਮੈ ਕੋਸ਼ ਜਾਣੋ ਉਹਦਾ ਨਾਮ। ਤਿਹ ਕੋ ਵਰਤਤ ਸਖੋਪਤ ਮਾਹੀ। ਤੇ ਉਹ ਜਿਹੜਾ ਆਨੰਦਮੈ ਕੋਸ਼ ਸੁਖੋਪਤੀ ਅਵਸਥਾ ਵਿੱਚ ਵਰਤਦਾ ਹੈ। ਜੋ ਹੁਣ ਸੁਖੋਪਤੀ ਅਵਸਥਾ ਕਿੱਥੇ ਹੈ? ਉਹ ਕਾਰਨ ਸਰੀਰ ਵਿੱਚ ਹੈ। ਤੇ ਕਾਰਨ ਸਰੀਰ ਵਿੱਚ ਸੁਖੋਪਤ ਅਵਸਥਾ ਹੈ, ਕਿਉਂਕਿ ਉੱਥੇ ਮਨ ਵੀ ਲੀਨ, ਬੁੱਧੀ ਵੀ ਲੀਨ, ਚਿੱਤ ਹੰਕਾਰ ਤੇ ਉੱਥੇ ਬੜੀ ਦੂਰ ਦੀ ਗੱਲ ਹੈ। ਮਨ ਬੁੱਧ ਲੀਨ ਹੁੰਦਾ ਅਗਿਆਨ 'ਚ, ਤੇ ਅਗਿਆਨ ਨੂੰ ਕਹੀਦਾ ਕਾਰਨ ਸਰੀਰ। ਅਗਿਆਨ ਕਹਿ ਲਓ, ਅਵਿਦਿਆ ਕਹਿ ਲਓ, ਕਾਰਨ ਸਰੀਰ ਕਹਿ ਲਓ। ਕਾਰਨ ਨੂੰ ਤਾਂ ਕਿਹਾ ਜਾਂਦਾ ਜੋ ਦੋਹਾਂ ਸਰੀਰਾਂ ਦਾ ਕਾਰਨ ਹੈ, ਤਾਂ ਉਹਨੂੰ ਕਾਰਨ ਸਰੀਰ ਕਿਹਾ ਹੈ। ਅਗਿਆਨ ਕਰਕੇ ਦੋ ਸਰੀਰ ਹੈ, ਅਵਿਦਿਆ ਕਰਕੇ ਦੋ ਸਰੀਰ ਹੈ। ਉਹ ਐਵੇਂ ਵੱਖੋ ਵੱਖਰੇ ਨਾਮ ਉਹਦੇ ਤਿੰਨ। ਤੇ ਹੁਣ ਸੁਖੋਪਤ ਅਵਸਥਾ ਹੈ ਕਾਰਨ ਸਰੀਰ ਵਿੱਚ, ਜਿੱਥੇ ਬੁੱਧੀ ਅਗਿਆਨ 'ਚ ਲੀਨ ਹੋ ਜਾਂਦੀ ਹੈ। ਜਿਹੜਾ ਕਾਰਨ ਸਰੀਰ ਹੈ ਉਹ ਪਰਮੇਸ਼ਰ ਜੋ ਚੇਤਨ ਦਾ ਪ੍ਰਤੀਬਿੰਬ ਉਹਦੇ ਉੱਥੇ ਅਕਸ ਪੈਂਦਾ ਹੈ, ਜਿਸ ਕਰਕੇ ਅਗਿਆਨ ਜਿਹੜਾ ਅਗਿਆਨ ਹੈ, ਫਿਰ ਅਗਿਆਨ ਦੇ ਵਿੱਚ ਜਦੋਂ ਪ੍ਰਤੀਬਿੰਬ ਪੈਂਦਾ ਚੇਤਨ ਦਾ ਅਕਸ, ਤੇ ਉਸੇ ਕਰਕੇ ਹੀ ਜੋ ਉੱਥੇ ਗਿਆਨ ਹੈ ਤੇ ਅਗਿਆਨ ਵੀ ਹੈ। ਅਗਿਆਨ ਗਿਆਨ ਦਾ ਇਕੱਠਾ ਮੇਲ ਹੈ ਆਤਮ ਸਰੂਪ ਦਾ। ਤਾਂ ਹੀ ਮਨੁੱਖ ਜਦੋਂ ਬੁੱਧੀ ਲੀਨ ਹੋ ਗਈ ਤੇ ਉਹ ਬੰਦਾ ਉੱਥੇ ਸੁੱਖ ਦੀ ਨੀਂਦੇ ਸੌਂਦਾ ਹੈ, ਗਾੜੀ ਨੀਂਦ। ਜਦੋਂ ਤੁਹਾਨੂੰ ਗਾੜੀ ਨੀਂਦ ਆਏਗੀ ਉਦੋਂ ਤੁਸੀਂ ਉੱਥੇ ਕੋਈ ਫੁਰਨਾ ਨਹੀਂ, ਕੋਈ ਖਿਆਲ ਨਹੀਂ, ਕੋਈ ਚੰਗਾ ਮੰਦਾ ਸੁਪਨਾ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਕੋਈ ਭੁੱਖ ਨਹੀਂ, ਕੋਈ ਤੇ ਨਹੀਂ। ਤੇ ਮਨੁੱਖ ਕਹਿੰਦਾ ਵੀ ਅੱਜ ਮੈਂ ਬੜੇ ਆਰਾਮ ਨਾਲ ਸੋਇਆ, ਮੈਨੂੰ ਪਤਾ ਵੀ ਨਹੀਂ ਲੱਗਾ। ਹੁਣ ਉਦੋਂ ਸੁੱਤਾ ਸੀ ਤੇ ਕਿਹਾ ਵੀ ਮੈਂ ਬੜੇ ਆਰਾਮ ਨਾਲ ਸੋਇਆ। ਜਿਹੜਾ ਕਿਹਾ ਵੀ ਆਰਾਮ ਨਾਲ ਸੋਇਆ, ਇਹਦਾ ਗਿਆਨ ਕਿਸੇ ਨੇ ਕਰਾਇਆ? ਕਿਉਂਕਿ ਜੇ ਗਿਆਨ ਨਾ ਕਰਾਇਆ ਹੁੰਦਾ ਤੇ ਜੋ ਕਹਿੰਦਾ ਮੈਨੂੰ ਪਤਾ ਨਹੀਂ ਲੱਗਾ, ਜਿਹੜਾ ਕਹਿੰਦਾ ਪਤਾ ਨਹੀਂ ਲੱਗਾ ਇਹ ਹੈਗਾ ਗਿਆਨ। ਜਿਹੜਾ ਕਹਿੰਦਾ ਸੁੱਖ ਨਾਲ ਸੋਇਆ ਇਹ ਹੈਗਾ ਗਿਆਨ। ਉੱਥੇ ਗਿਆਨ ਅਗਿਆਨ ਦੋਵੇਂ ਇਕੱਠੇ ਹੈ। ਜੇ ਹੁਣ ਕਹਿੰਦਾ ਵੀ ਜੇ ਇਹਨੂੰ ਪਤਾ ਹੀ ਨਾ ਹੁੰਦਾ ਵੀ ਮੈਂ ਸੁੱਖ ਨਾਲ ਸੋਇਆ ਵਾਂ ਜਾਂ ਮੈਨੂੰ ਪਤਾ ਨਹੀਂ ਹੈ, ਤੇ ਇਹ ਜਿਹੜੇ ਉੱਠਦਾ ਗੱਲ ਹੀ ਨਾ ਕਰਦਾ। ਗੱਲ ਤਾਂ ਹੀ ਕੀਤੀ ਹੈ ਨਾ, ਉੱਥੇ ਪ੍ਰਕਾਸ਼ਨ ਵਾਲਾ ਕੋਈ ਸੀ, ਦੱਸਣ ਵਾਲਾ ਕੋਈ ਸੀ, ਜਿਹਨੇ ਉਹ ਜਣਾਇਆ ਵੀ ਜਦੋਂ ਤੂੰ ਸੁੱਤਾ ਸੀ ਬੜੇ ਸੁੱਖ ਨਾਲ ਸੁੱਤਾ, ਤੇ ਨਾਲ ਇਹ ਕਹਿ ਦਿੱਤਾ ਮੈਨੂੰ ਨਹੀਂ ਪਤਾ। ਇਹ ਅਗਿਆਨ ਦੀ ਅਵਸਥਾ ਹੈ। ਸੁਖੋਪਤੀ ਅਵਸਥਾ ਆਨੰਦਮੈ ਕੋਸ਼ 'ਚ ਵਰਤਦੀ ਹੈ। ਤੇ ਆਨੰਦਮੈ ਕੋਸ਼ ਨੂੰ ਕਈਆਂ ਨੇ ਆਤਮਾ ਮੰਨਿਆ ਹੋਇਆ। ਇਹ ਆਤਮਾ ਨਹੀਂ ਹੈ, ਇਹ ਆਤਮਾ ਨਹੀਂ ਹੈ। ਕਿਉਂ ਨਹੀਂ ਆਤਮਾ? ਇਹ ਤਾਂ ਇਵੇਂ ਉਹ ਪ੍ਰਮਾਣ ਹੈ, ਕਹਿੰਦੇ ਜਿਵੇਂ ਹਲਵਾਈ ਦੀ ਦੁਕਾਨ 'ਤੇ ਲੱਡੂ ਦੇਖੇ, ਉਹ ਖੁਸ਼ੀ ਚਾਅ ਜਿਹਾ ਚੜ੍ਹਿਆ ਹੈ। ਫਿਰ ਲੱਡੂ ਨੂੰ ਖਰੀਦਿਆ, ਉਹ ਥੋੜ੍ਹੀ ਹੋਰ ਖੁਸ਼ੀ ਹੋਈ ਹੈ ਵੀ ਖਰੀਦ ਲਿਆ, ਹਜੇ ਚੱਖਿਆ ਤਾਂ ਨਹੀਂ ਹੈ। ਜਦੋਂ ਚੱਖ ਲਿਆ
ਤੇ ਉਹ ਪ੍ਰਮੋਦ ਹੋ ਗਈ, ਖੁਸ਼ੀ ਹੋ ਗਈ, ਬੇਅੰਤ ਹੋ ਗਈ ਵੀ ਚੱਖ ਲਿਆ। ਉਹਦਾ ਸਵਾਦ ਜੋ ਆਇਆ ਨਾ ਜਿਸ ਸਮੇਂ ਜਿੰਨਾ ਕੁ, ਉਹਨੂੰ ਕਹਿੰਦਾ ਸੁਖੋਪਤ ਅਵਸਥਾ। ਜਿਹੜਾ ਮਨੁੱਖ ਹੁਣ ਖਾਂਦਾ ਪੀਂਦਾ ਕਹਿੰਦਾ ਆਨੰਦ ਆਇਆ ਹੈ, ਕੁਝ ਵੇਖ ਕੇ ਕੁਝ ਕਰਕੇ, ਉਹ ਹੈ ਆਨੰਦਮਈ ਕੋਸ਼। ਜਿਹੜੇ ਵਿਸ਼ਿਆਂ ਵਿੱਚ ਜੀਵ ਨੇ ਮੰਨਿਆ ਹੋਇਆ ਆਨੰਦ ਭੋਗ ਵਿਲਾਸਾਂ ਵਿੱਚ, ਇਹ ਵੀ ਹੈ, ਇਹ ਆਤਮ ਸਰੂਪ ਦਾ ਆਨੰਦ ਹੈ। ਅਤੇ ਜੀਵ ਨੇ ਮੰਨਿਆ ਆਨੰਦਮਈ ਕੋਸ਼ ਵਿੱਚ। ਜਿਹੜਾ ਆਨੰਦਮਈ ਕੋਸ਼ ਹੈ, ਇਹਦੇ ਵਿੱਚ ਜਿਹੜਾ ਆਨੰਦ ਆਉਂਦਾ ਹੈ ਬੜਾ ਸੂਖਮ ਤੌਰ 'ਤੇ ਥੋੜ੍ਹਾ ਆਉਂਦਾ, ਜਦੋਂ ਖਾਧਾ ਓਨਾ ਚਿਰ ਹੀ ਹੈ। ਜਿਹੜਾ ਆਤਮ ਸਰੂਪ ਦਾ ਆਨੰਦ ਉਹ ਬੇਅੰਤ ਬੇਅੰਤੀ ਹੈ, ਜਿੱਥੇ ਖਤਮ ਕਦੀ ਹੁੰਦਾ ਨਹੀਂ। ਆਤਮ ਰਸ ਜਿਹ ਜਾਣ ਨਹੀਂ, ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਜਾਣਾ ਖਾਲਸ ਦੇਵ ਹੈ। ਮਹਾਰਾਜ ਕੀ ਕਹਿ ਰਹੇ ਆ, ਪੜ੍ਹੋ। ਤਿਹ ਕੋ ਵਰਤਤ ਸੁਖੋਪਤ ਮਾਹੀ। ਜਿਹੜਾ ਹੈ ਸੁਖੋਪਤੀ ਅਵਸਥਾ ਵਿੱਚ ਆਨੰਦਮਈ ਕੋਸ਼ ਵਰਤਦਾ, ਜਿੱਥੇ ਜੀਵ ਨੂੰ ਕੁਝ ਨਹੀਂ ਪਤਾ ਹੁੰਦਾ, ਉੱਥੇ ਗਿਆਨ ਵੀ ਹੈ, ਉੱਥੇ ਅਗਿਆਨ ਵੀ ਹੈ। ਉੱਥੇ ਬੁੱਧੀ ਜਿਹੜੀ ਅਗਿਆਨ 'ਚ ਲੀਨ, ਸੂਖਮ ਸਰੀਰ ਦੀ ਤਾਂ ਬਿਲਕੁਲ ਹੀ ਉੱਥੇ ਲੈਤਾ ਹੋ ਜਾਂਦੀ ਹੈ। ਕਾਰਨ ਸਰੀਰ ਰਹਿ ਜਾਂਦਾ ਹੈ, ਕਾਰਨ ਜਾ ਕੇ ਉਹ ਆਤਮ ਸਰੂਪ 'ਚ ਲੀਨ ਹੋ ਜਾਂਦਾ। ਪ੍ਰਤੀਬਿੰਬ ਪੈਣ ਕਰਕੇ ਜੀਵ ਨੂੰ ਸੁੱਖ ਆਨੰਦ ਪ੍ਰਗਟ ਹੁੰਦਾ, ਆਨੰਦ ਹੁੰਦਾ ਹੈ, ਜਿਸ ਨੂੰ ਆਨੰਦਮਈ ਕੋਸ਼ ਕਿਹਾ। ਆਨੰਦ ਦਾ ਪੜਦਾ, ਆਨੰਦ ਰੂਪ ਪੜਦਾ ਹੈ। ਉਹ 5 ਪੜਦੇ ਹੋ ਗਏ ਇਸ ਤਰ੍ਹਾਂ। ਰੂਪ ਆਪਣਾ ਲਖੋ ਸੋ ਨਾਹੀ। ਉਹ ਵੀ ਆਪਣਾ ਸਰੂਪ ਨਾ ਜਾਣੋ ਵੀ ਜਿਹੜਾ ਆਨੰਦ ਆ ਗਿਆ ਵੀ ਉਹ ਮੈਨੂੰ ਕਿਉਂ ਆ ਗਿਆ ਆਨੰਦ, ਇਹੀ ਮੇਰਾ ਆਤਮਾ ਹੋਊਗਾ, ਕਿਉਂਕਿ ਆਤਮਾ ਆਨੰਦ ਸਰੂਪ ਹੈ। ਜਿਹੜਾ ਆਤਮਾ ਉਹ ਤੇ ਸਤ ਚੇਤਨ ਆਨੰਦ ਸਦਾ ਹੀ ਆਨੰਦ ਸਰੂਪ ਹੈ। ਉਹ ਇੱਕ ਦਿਨ ਦੀ ਜਾਂ ਖਾਣ ਦੇ ਸਮੇਂ ਕੋਈ ਖੇਡ ਨਹੀਂ ਹੈ, ਜਾਂ ਭੋਗ ਕਰ ਦੇਂਗੇ ਆਨੰਦ ਆ ਗਿਆ, ਉਹਦੇ ਘੜੀ ਘੜੀ ਦਾ ਆਨੰਦ ਹੈ, ਥੋੜ੍ਹੇ ਸਮੇਂ ਛਿਨ ਮਾਤਰ ਦਾ ਆਨੰਦ ਹੈ। ਇਵੇਂ ਇਹ 5 ਕੋਸ਼ ਹੈ, 5 ਪੜਦੇ ਹੈ। 5 ਪੜਦਿਆਂ ਤੋਂ ਪਰੇ ਹੈ ਜਿਹੜਾ ਹੈ ਆਤਮ ਸਰੂਪ। ਇਹ ਭਾਈ ਲੈਣਾ, ਤੂੰ ਆਪਣੇ ਆਤਮ ਨੂੰ ਜਾਣ ਲਾ, ਉਹ ਵੀ ਤੇਰਾ ਆਤਮਾ ਨਹੀਂ, ਆਨੰਦਮਈ ਕੋਸ਼ ਵੀ ਤੇਰਾ ਸਰੂਪ ਨਹੀਂ ਹੈ। ਇਨ ਤੇ ਪਰੇ ਨਿਰੰਜਨ ਰੂਪ। ਇਹਨਾਂ ਤੋਂ ਪਰੇ ਹੈ ਜੋ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ, ਨਿਰੰਜਨ ਰੂਪ। ਨਿਰਾਵੈਵ ਆਤਮਾ ਅਨੂਪ। ਉਹ ਤੇਰਾ ਹੈ ਆਤਮਾ ਜੋ ਨਿਰਾਵੈਵ, ਜਿਹਦੇ ਹਿੱਸੇ ਨਾ ਹੋਣ, ਜਿਹਦਾ ਕੋਈ ਸਥੂਲ ਸਰੀਰ ਨਹੀਂ, ਜਿਹੜਾ ਅੰਗਾਂ ਤੋਂ ਰਹਿਤ ਹੈ ਤੇ ਅਨੂਪਮ ਹੈ। ਤਿਹ ਕੋ ਹੋਤ ਜਨਮ ਨਹਿ ਮਰਨਾ। ਪੁਰਖਾ ਉਸ ਆਤਮ ਦਾ ਆਪੇ ਦਾ ਜਿਹੜਾ ਹੈ ਨਾ ਜੰਮਣਾ ਮਰਨਾ ਹੁੰਦਾ ਨਹੀਂ। ਨਾ ਉਹ ਆਤਮਾ ਜੰਮਦਾ ਹੈ, ਨਾ ਉਹ ਮਰਦਾ ਹੈ। ਹਰਖ ਸੋਕ ਰੰਚਕ ਨਹਿ ਬਰਨਾ। ਜਿਹੜਾ ਹਰਖ ਖੁਸ਼ੀ ਹੈ, ਗਮੀ ਹੈ, ਉਹਦੇ ਵਿੱਚ ਕਿਹਾ ਨਹੀਂ ਜਾਂਦਾ। ਹਰਖ ਖੁਸ਼ੀ ਜਿਹੜੀ ਹੋਣੀ ਹੈ ਉਹ ਮਨ ਨੂੰ ਹੁੰਦੀ ਹੈ, ਪਦਾਰਥ ਆਉਣ 'ਤੇ ਖੁਸ਼ ਜਾਣ 'ਤੇ ਮਨ ਹੀ ਡੁੱਬਦਾ ਗਮੀ ਵਿੱਚ, ਉਹਦੇ ਮਨ ਦੇ ਧਰਮ ਹੈ। ਭੁੱਖ ਅਤੇ ਪ੍ਰਾਣ ਦੇ ਧਰਮ ਹੈ, ਜੰਮਣ ਮਰਨ ਸਰੀਰ ਦਾ ਧਰਮ ਹੈ। ਆਤਮਾ ਹਰਖ ਸੋਗ 'ਤੇ ਨਿਆਰਾ ਕਿਹਾ ਜਾਂਦਾ। ਹਰਖ ਸੋਗ ਭੋਰਾ ਮਾਤਰ ਵੀ ਉਹਦੇ ਵਿੱਚ ਕਿਹਾ ਨਹੀਂ ਜਾਂਦਾ। ਰਾਗ ਨਾ ਦ્વੈਖ ਨਾ ਮੋਹ ਨਾ ਮਾਇਆ। ਉਸ ਤੇਰੇ ਆਪੇ ਵਿੱਚ ਨਾ ਰਾਗ ਕਹੀਏ ਮੋਹ ਹੈ, ਦਵੈਖ ਕਹੀਏ ਈਰਖਾ ਵੀ ਨਹੀਂ ਹੈ, ਨਾ ਉਹਦੇ ਵਿੱਚ, ਜਾਂ ਰਾਗ ਦਾ ਅਰਥ ਪ੍ਰੇਮ ਵੀ ਹੁੰਦਾ, ਮੋਹ ਨਹੀਂ ਹੈ, ਮਾਇਆ ਨਹੀਂ ਹੈ। ਮਾਇਆ ਤੋਂ ਨਿਰਲਿਪਤ ਸ਼ੁੱਧ ਸਰੂਪ, ਨਿਰੰਜਨ ਸਰੂਪ ਹੈ। ਰੋਗ ਬਿਯੋਗ ਨਾ ਭੋਗ ਅਜਾਇਆ। ਉਹਦੇ ਵਿੱਚ ਕਿਰਿਆ ਕਰਕੇ ਹਉਮੈ ਦਾ ਰੋਗ ਨਹੀਂ ਹੈ, ਜਾਂ ਪ੍ਰਤੱਖ ਰੋਗ ਵੀ ਨਹੀਂ, ਕਿਉਂਕਿ ਉਹ ਸਥੂਲ ਸਰੀਰ ਨਹੀਂ ਹੈ। ਸਥੂਲ ਸਰੀਰ ਹੀ ਕਿਰਿਆ ਕਰਦਾ, ਉਹਦੇ ਅਕਿਰਿਆ ਹੈ। ਅਤੇ ਵਿਯੋਗ ਹੈ, ਵਿਛੋੜਾ ਨਹੀਂ ਹੈ ਉਹਦੇ ਵਿੱਚ, ਕਿਉਂਕਿ ਵਿਆਪਕ ਸਰੂਪ ਹੈ। ਭੋਗ ਨਹੀਂ ਹੈ, ਫਿਰ ਉਹਦੇ ਵਿੱਚ ਭੋਗ ਕੋਈ ਪਦਾਰਥਾਂ ਨੂੰ ਨਹੀਂ ਭੋਗਦਾ, ਕਿਸੇ ਵਿਸ਼ੇ ਨੂੰ ਨਹੀਂ ਭੋਗਦਾ। ਅਕਰੈ ਹੈ, ਉਹ ਅਕਿਰਿਆ ਹੈ, ਭਾਵ ਉਹਦੇ ਵਿੱਚ ਕਿਰਿਆ ਨਹੀਂ। ਕਿਰਿਆ ਹੋਊ ਅਤੇ ਭੋਗ ਹੋਊ। ਅਜਾਇਆ ਅਜਨਮਾ ਹੈ, ਕਿਸੇ ਦਾ ਜਨਮਾ ਨਹੀਂ ਹੈ। ਸਹਿ ਭੰਗ ਸਵਯੰਭੂ ਹੈ। ਸਤ ਚੇਤਨ ਆਨੰਦ ਮਹਾਨਾ। ਸਤ ਸਰੂਪ ਹੈ, ਤ੍ਰੈ ਕਾਲ ਆਬਾਦ, ਚੇਤਨ ਸਰੂਪ ਹੈ, ਸਭ ਦਾ ਪ੍ਰਕਾਸ਼ਕ ਹੈ,
ਆਨੰਦ ਸਰੂਪ ਹੈ ਬਹੁਤ ਸਦਾ ਥਿਰ ਹੀ। ਐਸੋ ਰੂਪ ਆਪਨੋ ਜਾਨਾ, ਐਸਾ ਰੂਪ ਜਿਹੜਾ ਹੈ ਤੂੰ ਆਪਣਾ ਜਾਣ ਪੁਰਖਾ। ਤਾਤਕ ਤਾਹੇ ਵਿਕਾਰ ਨਾ ਕੋਈ, ਉਸ ਤੇਰੇ ਤਤ ਸਰੂਪ ਯਥਾਰਥ ਰੂਪ ਆਤਮਾ ਵਿੱਚ ਕੋਈ ਵਿਕਾਰ ਨਹੀਂ ਹੈ। ਪੰਜ ਤੱਤਾਂ 'ਚ ਵਿਕਾਰ ਹੈ, ਜਿਸ ਕਰਕੇ ਬਦਲਾਵ ਕਰਕੇ ਸਰੀਰ ਬਣਦਾ। ਉਹ ਤਤ ਯਥਾਰਥ ਰੂਪ ਆਤਮਾ ਵਿੱਚ ਕੋਈ ਵਿਕਾਰ ਨਹੀਂ ਹੈ, ਬਦਲਾਵ ਨਹੀਂ ਹੈ। ਕਲਪਤ ਸਭ ਉਪਾਦ ਸੋ ਹੋਈ, ਜੋ ਕੁਝ ਵੀ ਹਰਖ ਸੋਗ ਰਾਖ ਦਵੈਗ ਜੰਮਣ ਮਰਨ ਹੋ ਰਿਹਾ, ਇਹ ਸਭ ਕਲਪਤ ਸੰਬੰਧ ਕਲਪਤ ਉਪਾਧੀ ਨਾਲ ਹੀ ਹੋ ਰਿਹਾ ਹੈ। ਜਿਉ ਰੱਜੂ ਮੈਂ ਹੈ ਅਗਿਆਨਾ, ਜਿਵੇਂ ਰੱਸੀ ਵਿੱਚ ਗਿਆਨ ਨਾ ਹੋਵੇ ਪ੍ਰਤੱਖ ਤੇ ਅਗਿਆਨ ਹੋਵੇ, ਰੱਸੀ ਵਿੱਚ ਅਗਿਆਨ ਹੋ ਜਾਂਦਾ ਹੈ। ਕਲਪੇ ਸਰਪ ਹੋਏ ਪੈਮਾਨਾ, ਫਿਰ ਉਸ ਨੂੰ ਕੋਈ ਜੀਵ ਜਦੋਂ ਰੱਸੀ ਵਿੱਚ ਅਗਿਆਨ ਹੋ ਗਿਆ, ਦੂਰ ਹਨੇਰੇ ਵਿੱਚ ਰੱਸੀ ਪਈ ਹੋਈ ਹੈ, ਹਨੇਰੇ ਕਰਕੇ ਤੇ ਅਗਿਆਨ ਹੋ ਗਿਆ, ਤੇ ਕੋਈ ਮਨੁੱਖ ਉਹਨੂੰ ਸਰਪ ਕਲਪ ਲੈਂਦਾ, ਸੱਪ ਸਮਝ ਲੈਂਦਾ ਤੇ ਭੈਮਾਨ ਹੁੰਦਾ, ਡਰਦਾ ਵੀ ਅਗਲੇ ਪਾਸੇ ਸੱਪ ਹੈ। ਫੂਲ ਮਾਲ ਕੋ ਤਾਕੋ ਮਾਨੇ, ਕੋਈ ਉਹਨੂੰ ਫੁੱਲਾਂ ਦੀ ਮਾਲਾ ਮੰਨ ਲੈਂਦਾ ਵੀ ਫੁੱਲਾਂ ਦੀ ਮਾਲਾ ਪਈ ਹੋਈ। ਸਭ ਅਗਿਆਨ ਕਰਕੇ ਨਾਮ ਰੱਖੀ ਜਾਂਦੇ ਉਪਾਧੀ ਨਾਲ। ਘੂਮ ਧਰਾਰ ਕੋਏ ਪਹਿਚਾਨੇ, ਕੋਈ ਕਹਿੰਦਾ ਨਹੀਂ ਇਹ ਤੇ ਧਰਤੀ ਵਿੱਚ ਦਰਜ ਦਰਾੜ ਪਈ ਹੋਈ ਐਵੇਂ ਸਮਝਦਾ ਹੈ, ਅਸਲ ਵਿੱਚ ਉਹ ਹੈ ਕੱਲੀ ਰੱਸੀ ਹੈ, ਗਿਆਨ ਨਹੀਂ ਹੈ ਤੇ ਤਿੰਨ ਨਾਮ ਲੈ ਦਿੱਤੇ। ਹੋਏ ਜੇ ਗਿਆਨ ਯਥਾਰਥ ਤਾਹੀ, ਉਸ ਰੱਸੀ ਦਾ ਜਦੋਂ ਯਥਾਰਥ ਸਪਸ਼ਟ ਸਮਝ ਵਿੱਚ ਗਿਆਨ ਹੋ ਜਾਂਦਾ ਵੀ ਇਹ ਤੇ ਨਾ ਫੁੱਲਾਂ ਦੀ ਮਾਲਾ ਹੈ, ਨਾ ਇਹ ਧਰਤੀ ਵਿੱਚ ਦਰਾੜ ਹੈ, ਨਾ ਇਹ ਸਾਪੀ ਹੈ। ਰੱਜੂ ਬਿਨਾ ਔਰ ਕਛ ਨਾਹੀ, ਜਦੋਂ ਗਿਆਨ ਹੋ ਜਾਂਦਾ ਯਥਾਰਥ ਫਿਰ ਸਮਝ ਆ ਜਾਂਦੀ ਵੀ ਇਹ ਤੇ ਰੱਸੀ ਹੈ, ਰੱਸੀ ਤੋਂ ਬਿਨਾਂ ਵੀ ਕੁਝ ਵੀ ਨਹੀਂ ਹੈ। ਤਿਉ ਅਗਿਆਨ ਹੇਤ ਜਗ ਕੇਰੋ, ਇਸੇ ਤਰ੍ਹਾਂ ਜਿਹੜਾ ਅਗਿਆਨ ਹੈ ਇਹ ਹੀ ਸਾਰੇ ਜਗਤ ਦਾ ਕਾਰਨ ਹੈ। ਉਹ ਸੱਪ ਦੀ ਨਿਆਈ ਅਗਿਆਨ ਕਰਕੇ ਇਹ ਸਾਰਾ ਜਗਤ ਪ੍ਰਤੀਤ ਹੋ ਰਿਹਾ ਹੈ। ਨਸ਼ਟ ਭਏ ਚੇਤਨ ਇਕ ਹੇਰੋ, ਜਿਵੇਂ ਸੱਪ ਦਾ ਗਿਆਨ ਹੋ ਗਿਆ, ਰੱਸੀ ਦਾ ਗਿਆਨ ਹੋ ਗਿਆ, ਪਤਾ ਲੱਗ ਗਿਆ ਨਾ ਫੁੱਲਾਂ ਦੀ ਮਾਲਾ, ਨਾ ਇਹ ਜ਼ਮੀਨ ਤੇ ਰਾਤ ਜਿਵੇਂ ਰੁੜਿਆ ਹੋਏ ਪਾਣੀ ਤੋਂ ਲੀਕ ਜੀ ਬਣ ਜਾਂਦੀ ਸੱਪ ਲੱਗਦਾ, ਜਾਂ ਟੇਢੀ ਮੇਢੀ ਸੋਟੀ ਪਈ ਹੋਵੇ ਉਹ ਸੱਪ ਲੱਗਦੀ। ਜਦੋਂ ਗਿਆਨ ਹੋ ਗਿਆ ਪਤਾ ਲੱਗ ਗਿਆ ਇਹ ਸੋਟੀ ਹੈ, ਇਹ ਤੇ ਪਾਣੀ ਹੈ, ਇਹ ਤੇ ਰੱਸੀ ਹੈ, ਫਿਰ ਉਹ ਆਪਾਂ ਇੱਕ ਨਾਮ ਦਿਆਂਗੇ ਜਦੋਂ ਪ੍ਰਕਾਸ਼ 'ਚ ਵੇਖ ਲਵਾਂਗੇ। ਇਸੇ ਤਰ੍ਹਾਂ ਹੀ ਜਦੋਂ ਅਗਿਆਨ ਕਰਕੇ ਹੁਣ ਇਹ ਸੰਸਾਰ ਹੈ ਨਾ ਦਿਖ ਰਿਹਾ ਸਾਨੂੰ, ਅਗਿਆਨ ਕਰਕੇ ਅਸੀਂ ਸੱਚ ਮੰਨ ਰਹੇ ਹਾਂ। ਜਦੋਂ ਰੱਸੀ ਪਈ ਹੋਈ ਹੈ, ਜਿੰਨਾ ਚਿਰ ਗਿਆਨ ਨਹੀਂ ਅਸੀਂ ਉਹ ਰੱਸੀ ਨੂੰ ਸੱਪ ਹੀ ਕਹਾਂਗੇ ਵੀ ਸੱਪ ਹੀ ਹੈ, ਫੁੱਲਾਂ ਦੀ ਮਾਲਾ ਹੀ ਹੈ। ਜਦੋਂ ਗਿਆਨ ਹੋ ਗਿਆ ਫਿਰ ਕਹਿਣਾ ਉਹ ਇਹ ਤੇ ਰੱਸੀ ਸੀ, ਐਵੇਂ ਡਰਦੇ ਰਹੇ। ਇਸੇ ਤਰ੍ਹਾਂ ਅਗਿਆਨ ਕਰਕੇ ਹੀ ਸੰਸਾਰ ਹੈ, ਅਗਿਆਨ ਹੀ ਸੰਸਾਰ ਦਾ ਕਾਰਨ ਹੈ। ਅਗਿਆਨ ਨਸ਼ਟ ਹੋਣ 'ਤੇ ਪੁਰਖਾ ਇੱਕ ਚੇਤਨ ਨੂੰ ਹੀ ਆਪਣਾ ਸਰੂਪ ਦੇਖ, ਉਜੋ ਵਿਆਪਕ ਹੈ ਸਰਬ ਥਾਂ। ਆਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੀ, ਇਸ ਤਰ੍ਹਾਂ ਕਹਿ ਕਰਕੇ ਮਨ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਿਆ ਭਾਈ ਲਹਿਣਾ ਜੀ ਨੂੰ। ਦਾਸ ਵਗਿਆ ਸਗਰੀ ਰੋਕੀ, ਆਪਣੇ ਦਾਸ ਦੀ ਜਿੰਨੀ ਅਵਿਦਿਆ ਅਗਿਆਨ ਸਾਰਾ ਰੋਕ ਦਿੱਤਾ। ਇੱਥੇ ਕਵੀ ਜੀ ਨੇ ਵੇਖੋ ਅਵਿਦਿਆ ਲਿਖ ਹੀ ਦਿੱਤਾ। ਅਵਿਦਿਆ ਕਹਿ ਲਓ, ਅਗਿਆਨ ਕਹਿ ਲਓ, ਕਾਰਨ ਕਹਿ ਲਓ। ਇੱਕ ਸਰੂਪ ਕਾ ਦਰਸ ਦਿਖਾਇਓ, ਇੱਕ ਜੋ ਸਵੈ ਸਰੂਪ ਆਤਮ ਸਰੂਪ ਉਹਦਾ ਹੀ ਦਰਸ ਦਿਖਾ ਦਿੱਤਾ ਹੈ। ਉਦਤ ਆਨੰਦ ਮਝਾਰ ਸਮਾਇਓ, ਭਾਈ ਲਹਿਣਾ ਜੀ ਉਸੇ ਵੇਲੇ ਆਨੰਦ ਦੇ ਸਮੁੰਦਰ ਵਿੱਚ ਹੀ ਸਮਾ ਗਏ ਹਨ, ਲੀਨ ਹੋ ਗਏ ਹੈ। ਲਹਿਣੇ ਕੀ ਸਮਾਧ ਤਿਹ ਕਾਲਾ, ਜਦੋਂ ਆਤਮ ਸਰੂਪ ਦੀ ਲਖਤਾ ਹੋਈ ਉਸੇ ਸਮੇਂ ਭਾਈ ਲਹਿਣਾ ਜੀ ਦੀ ਸਮਾਧੀ ਲੱਗ ਗਈ, ਨਿਰਵਿਕਲਪ ਸਮਾਧੀ ਜਿੱਥੇ ਕੋਈ ਫੁਰਨਾ ਨਹੀਂ ਹੈ। ਲੱਗੀ ਅਖੰਡ ਨਿਮਗਨ ਵਿਸਾਲਾ, ਐਸੀ ਸਮਾਧੀ ਲੱਗੀ ਅਖੰਡ ਨਾ ਟੁੱਟਣ ਵਾਲੀ, ਅਖੰਡ ਇੱਕ ਰਸ ਸਮਾਧੀ ਲੱਗੀ ਹੈ। ਬਹੁਤ ਨਿਮਗਨ ਮਸਤ ਲੀਨ ਹੋ ਗਏ ਹੈ। ਜਨ ਦਿਨ ਕਰ ਕੋਟਿਕ ਚੜ ਗਏ, ਜਦੋਂ ਹੀ ਸਮਾਧੀ ਲੱਗੀ ਹੈ ਮਾਨੋ
ਦਿਨ ਕਰ ਜੋ ਦਿਨ ਨੂੰ ਕਰਨ ਵਾਲਾ ਸੂਰਜ ਹੈ ਉਹ ਕਰੋੜਾਂ ਹੀ ਚੜ੍ਹ ਗਿਆ, ਕਿਉਂਕਿ ਪਰਮੇਸ਼ਰ ਦਾ ਪ੍ਰਤਾਪ ਕਰੋੜਾਂ ਹੀ ਸੂਰਜਾਂ ਤੋਂ ਬੇਅੰਤੀ ਜ਼ਿਆਦਾ ਹੈ। ਇੰਨਾ ਪ੍ਰਕਾਸ਼ ਹੈ ਉੱਥੇ। ਕਿਰਪਾ ਸੋ ਅਸ ਪ੍ਰਕਾਸ਼ ਨਿਰਮਏ। ਗੁਰੂ ਸਾਹਿਬ ਜੀ ਦੀ ਐਸੀ ਕਿਰਪਾ ਨਾਲ ਹੀ ਐਸਾ ਪ੍ਰਕਾਸ਼ ਜਿਹੜਾ ਪੈਦਾ ਉਪਜਿਆ, ਜਿੱਥੇ ਐਸਾ ਜਦੋਂ ਸਮਾਧੀ ਲਾਈ ਹੈ ਸਾਧ ਸੰਗਤ ਜੀ, ਕਰੋੜਾਂ ਕਰੋੜ ਸੂਰਜਾਂ ਜਿੰਨਾ ਜਿਹੜਾ ਪ੍ਰਕਾਸ਼ ਇੱਥੇ ਤਰਕੁਟੀ ਜੀ ਹੋ ਜਾਂਦਾ ਦਿਖ ਪੈਂਦਾ। ਨੇਤਰ ਬੰਦ ਕਰ ਲਈਏ, ਆਹ ਸਿਰ ਦੀ ਜਿਹੜੀ ਖੋਪੜੀ ਹੈ ਇੱਥੇ ਹੀ ਅਤੇ ਹਿਰਦੇ ਵਿੱਚ ਕਰੋੜਾਂ ਸੂਰਜਾਂ ਜਿੰਨਾ ਹੀ ਪ੍ਰਕਾਸ਼ ਨਜ਼ਰੀ ਆ ਜਾਂਦਾ, ਐਵੇਂ ਆ ਗਿਆ ਹੈ। ਸਗਰੋ ਤਿਮਰਾ ਗਿਆਨ ਨਸਾਇਓ। ਸਾਰਾ ਹੀ ਜਿਹੜਾ ਅਗਿਆਨ ਦਾ ਹਨੇਰਾ ਨਾਸ ਕਰ ਦਿੱਤਾ ਹੈ। ਲੇਸ਼ ਵਿਦਿਆ ਕੋ ਨਾ ਰਹਾਇਓ। ਜਿਹੜੀ ਵਿਦਿਆ ਗਿਆਨ ਲੇਸ ਮਾਤਰ ਵੀ ਨਹੀਂ ਰਿਹਾ ਹੈ, ਜਾਂ ਵੀ ਲੇਸ਼ਾ ਵਿਦਿਆ ਨਹੀਂ ਥੋੜ੍ਹੀ ਮਾਤਰ ਵੀ ਰਹੀ ਹੈ। ਜਿਹੜੀ ਗਿਆਨ ਹੋਣ ਤੋਂ ਬਾਅਦ ਵੀ ਸੂਖਮ ਤੌਰ 'ਤੇ ਸਰੀਰ ਦੀ ਪ੍ਰਾਰਬਧ ਕਾਰਨ ਥੋੜ੍ਹੀ ਜਿਹੀ ਬਣੀ ਰਹਿੰਦੀ ਹੈ ਨਾ, ਉਹ ਅਵਿਦਿਆ ਲੇਸ਼ਾ ਬਣੀ ਰਹਿੰਦੀ ਹੈ। ਜਿਹੜੀ ਆਪਾਂ ਸਰੀਰ ਕਰਕੇ ਜਿਵੇਂ ਸੰਤ ਬ੍ਰਹਮ ਗਿਆਨੀ ਰਹਿੰਦੇ ਹੈ, ਉਹ ਕਿਰਿਆ ਕਰਦੇ ਹੀ ਹੈ, ਜਿਵੇਂ ਸਾਰੇ ਸਰੀਰ ਦੀ ਕਿਰਿਆ ਕਰਦੇ ਰਹਿੰਦੇ, ਉਹ ਲੇਸ਼ਾ ਵਿਦਿਆ ਬਣੀ ਰਹਿੰਦੀ ਹੈ ਜਿੰਨਾ ਚਿਰ ਸਰੀਰ ਰਹਿੰਦਾ ਹੈ। ਅਤੇ ਜਦੋਂ ਸਰੀਰ ਦੀ ਪ੍ਰਾਰਬਧ ਖਤਮ ਹੋ ਗਈ, ਲੇਸ਼ਾ ਵਿਦਿਆ ਵੀ ਨਾਲ ਹੀ ਸਮਾਪਤ। ਪਿਛਲੇ ਜਿਹੜੇ ਹੈ ਕੋਈ ਹੈ ਸੰਚਿਤ ਕਰਮ, ਉਹ ਵੀ ਖਤਮ ਉਹਦੇ ਨਾਲ ਹੀ ਹੋ ਜਾਂਦੇ ਹੈ ਪਹਿਲਾਂ ਹੀ, ਬ੍ਰਹਮ ਗਿਆਨ ਦੇ ਨਾਲ ਹੁੰਦਿਆਂ ਹੀ। ਜਿਹੜੇ ਕੋਈ ਕਰਕੇ ਸਰੀਰ ਮਿਲਿਆ ਉਹਦੇ ਭੋਗਣਾ ਹੀ ਹੁੰਦਾ ਹੈ, ਅਤੇ ਉਹ ਲੇਸ਼ਾ ਵਿਦਿਆ ਜਿਹੜੀ ਬਣੀ ਰਹਿੰਦੀ ਹੈ ਉਹ ਵੀ ਨਹੀਂ ਰਹੀ ਹੈ। ਕੇਤਕ ਕਾਲ ਪੁਨ ਛੁੱਟੀ ਸਮਾਧਾ। ਕਿੰਨੇ ਸਮੇਂ ਬਾਅਦ ਹੀ ਫਿਰ ਨਿਰਕਲਪ ਸਮਾਧੀ ਸ੍ਰੀ ਪਰਮ ਲਹਿਣਾ ਜੀ ਦੀ ਛੁੱਟੀ ਖੁੱਲ੍ਹੀ ਹੈ। ਵਿਖੇ ਅਗਾਰੀ ਗੁਰੂ ਅਗਾਧਾ। ਉਸ ਵੇਲੇ ਜੋ ਅਗਾਧ ਗੁਰੂ ਹੈ, ਸਮੁੰਦਰ ਹੈ ਦੀ ਨਿਆਈ ਸਤਿਗੁਰੂ ਜੀ ਸਾਹਮਣੇ ਦੇਖੇ ਹੈ। ਪਰਿਓ ਪਦ ਪੰਕਜ ਤਤਕਾਲਾ। ਭਾਈ ਲਹਿਣਾ ਜੀ ਬੜੀ ਛੇਤੀ ਨਾਲ ਸਤਿਗੁਰੂ ਜੀ ਦੇ ਚਰਨ ਕਮਲਾਂ 'ਤੇ ਪੈ ਗਏ, ਲੱਗ ਗਏ ਹਨ। ਲੱਗਿਓ ਪਰ ਸੰਸਨ ਪ੍ਰੇਮ ਵਿਸਾਲਾ। ਫਿਰ ਬਹੁਤ ਹੀ ਜਿਹੜਾ ਨਾ ਪ੍ਰੇਮ ਵਿੱਚ ਭਿੱਜ ਕੇ ਸਤਿਗੁਰੂ ਜੀ ਦੀ ਪ੍ਰਸ਼ੰਸਾ ਵਡਿਆਈ ਕਰਨ ਲੱਗੇ, ਮਹਿਮਾ ਕਰਨ ਲੱਗੇ। ਜੋ ਫਿਰ ਭਾਈ ਲਹਿਣਾ ਜੀ ਨੇ ਅਥਵਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਮਹਿਮਾ ਕੀਤੀ ਸਤਿਗੁਰੂ ਜੀ ਦੀ, ਉਹ ਬਹੁਤ ਹੀ ਮਹਾਨ ਕੀਤੀ। ਉਹ ਕਵੀ ਜੀ ਨੇ ਕੁਝ 6-7 ਭੁਜੰਗ ਪਰਿਆਦ ਛੰਦ ਦੀ ਚਾਲ ਵਿੱਚ 6-7 ਪੌੜੀਆਂ ਵਿੱਚ ਕੀਤੀ ਹੋਈ ਹੈ, ਜੋ ਬਹੁਤ ਹੀ ਮਹਾਨ ਮਹਿਮਾ ਹੈ, ਜਿਹਨੂੰ ਸੁਣਨ ਦਾ ਵੀ ਬੜਾ ਮਹਾਤਮ ਹੈ। ਬੇਅੰਤ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਵਿੱਚ ਪਰਮੇਸ਼ਰ ਦੇ ਕੀਰਤਮ ਨਾਮ ਬੇਅੰਤ ਲੈ ਕੇ ਨਮਸਕਾਰਾਂ ਕੀਤੀਆਂ, ਇਵੇਂ ਕਵੀ ਜੀ ਨੇ ਬੇਅੰਤ ਨਾਮ ਲੈ ਕੇ, ਇਵੇਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮਹਾਰਾਜ ਦੇ ਬੇਅੰਤ ਨਾਮ ਲੈ ਕੇ ਹੀ ਉਸਤਤ ਕੀਤੀ ਹੈ। ਮਾਨੋ ਕਿ ਜਿੰਨੇ ਸਤਿਗੁਰੂ ਜੀ ਦੇ ਮਨ 'ਚ ਨਾਮ ਆਏ ਹੈ, ਇੱਥੇ ਆ ਕੇ ਪੂਰੇ ਦੇ ਪੂਰੇ ਲੈ ਦਿੱਤੇ ਹੈ। ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਹੈ ਸਮਾਪਤੀ ਆਪਾਂ ਕਰ ਦਈਏ। ਇਸ ਤਰ੍ਹਾਂ ਕੱਲ੍ਹ ਜਿਹੜੇ ਉਹ ਪ੍ਰਸੰਗ ਜਿਹੜਾ ਰਹਿੰਦਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਹਾਰੇ ਬਖਸ਼ ਲੈਣਾ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਕੇਤਕ ਕਾਲ ਪੁਨ ਛੁੱਟੀ ਸਮਾਧਾ। ਵਿਖੇ ਅਗਾਰੀ ਗੁਰੂ ਅਗਾਧਾ। ਪਰਿਓ ਪਦ ਪੰਕਜ ਤਤਕਾਲਾ। ਲੱਗਿਓ ਪਰ ਸੰਸਨ ਪ੍ਰੇਮ ਵਿਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।